श्री हर कृष्ण मनाओ बहोरी। तेग बहादुर परम कृपाला सतगुर परम कृपाला। श्री गुरु गोबिंद सिंह बेसाला। तारो तहरा पर पुन पुन सीसा जी पुन पुन सीसा। बंदो बार बार जगदीसा। एकंकार सतगुरु तेह प्रसाद सच होए। वाहिगुरु जी की फतेह है बेगन बिनासन सोए। जिस मह अमृत ज्ञान है मानक भगत वैराग। गुरु ग्रंथ साहिब उदद बंदों कर अनुराग। गुरु ग्रंथ साहिब उदद बंदों कर अनुराग। सतनाम श्री वाहिगुरु साहिब जी। निशानी चंद मीरवान प्रस्थान को चाहे बो तेरा। जननी जान न देते हैं करने हो कनेरा। हे सुत तू अब आसरा सिख संगत केरा। मैं आनंद ते रहता हूँ पिख कर मुख तेरा। वाहिगुरु जी का खालसा वाहिगुरु जी की फतेह। जोगो जोगा टल सतगुरु श्री गुरु ग्रंथ साहिब जी की पवित्र हजूरी च जुड़ बैठी गुरु की साजी और नवाजी हुई गुरु का खास रूप गुरु खालसा साध संगत जीओ। साध संगत सचखंड है आए झरोख है खोल है बारी। वड्डिया भागां वाले हो के संध्या वेले दे सजे हुए दीवाना च एकत्र हो के नौवें पातशाह धन गुरु तेग बहादुर साहब जी दे पावन पवित्र इतिहासक स्थान ते नतमस्तक हो के नेता प्रति जुड़ के गुरुदेव दे पावन इतिहास की चल रही लड़ीवार कथा आप जी बहुत ही अदब नाल सत्कार सहित शरधा सहित सरवण कर रहे। बाबा ਪ੍ਰਿਥੀ ਚੰਦ जी ਨੂੰ सदा आ गया काल पुरख दे घरों काल आ गया। हेहर पिंड नगर विखे शाम का समा है। कारण बन गया विध बन गई। चौल खाधे ने दही नाल साग नाल। पेट चफारा होया पीड़ा भयानक उठी और उसे पीड़ा नूं ना सहारदियां तड़फदियां जिंद निकल गई। मरण वेले भी सतगुरु गुरु अर्जन देव साहब जी दे प्रति मन च वैर विरोध की बिरती सी और मेहरबान नूं सुनेहा दे के गया कि तू मेरा वैर लैना गुरता गद्दी ते बैठना। मेरी बंस विच जिहड़ा भी कोई मरे उहदा संस्कार इत्थे हेहर पिंड च लिया के करना। उधर करमो राणी कोल खबर पहुंची मेहरबान कोल खबर पहुंची रोना धोना होया। बाबे मेहरबान ने अपने प्यो दे निमित्त सारी क्रिया करवाई कोठे पिंड च जितनी क्रिया सी वो सारी क्रिया सिद्ध कीती।
ਵੱਡਿਆਂ ਸਤਿਗੁਰਾਂ ਦੀ ਬਾਣੀ ਦਾ ਜਾਪ ਤੇ ਕੀਰਤਨ ਕਰਵਾਇਆ ਹੈ। ਵੈਰਾਗਨੁਮਾ ਮਾਹੌਲ ਹੈ। ਜਿੰਨੇ ਮੀਣਿਆਂ ਦੀ ਸੰਗਤ ਆਈ ਆ ਉਹਨਾਂ ਨੇ ਪੱਗ ਬੰਨ੍ਹੀ ਆ ਬਾਬੇ ਮਿਹਰਬਾਨ ਦੇ ਸਿਰ ਤੇ, ਬਾਬੇ ਪ੍ਰਿਥੀ ਚੰਦ ਦੀ। ਮਿਹਰਬਾਨ ਦੇ ਮਨ ਵਿੱਚ ਵੀ ਹੁਣ ਇੱਛਾ ਹੈ ਕਿ ਮੈਂ ਲਾਹੌਰ ਜਾਵਾਂ, ਬਾਦਸ਼ਾਹ ਨੂੰ ਮਿਲਾਂ, ਔਰ ਮਿਲ ਕੇ ਜਿਹੜੀ ਗੱਲ ਮੇਰੇ ਪਿਤਾ ਨੇ ਕਰਨੀ ਸੀ ਉਹ ਮੈਂ ਕਰਾਂ। ਇੱਦਾਂ ਚਿੱਤ ਵਿੱਚ ਕਈ ਤਰ੍ਹਾਂ ਦੀਆਂ ਸੋਚਾਂ ਸੋਚਦਾ ਹੈ, ਪਰ ਇਹਦੀ ਮਾਤਾ ਜੋ ਕਰਮੋ ਰਾਣੀ ਹੈ ਉਹ ਇਹਨੂੰ ਵਰਜਦੀ ਹੈ, ਰੋਕਦੀ ਹੈ। ਆਓ ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਈਏ। ਗੁਰੂ ਚਰਨਾਂ 'ਚ ਆਪਣੀ ਹਾਜ਼ਰੀ ਲਵਾਉਣ ਨਿਮਿਤ ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਿਸ਼ਾਨੀ ਚੰਦ ਮੀਰਵਾਨ ਪ੍ਰਸਥਾਨ ਕੋ ਚਾਹੀ ਬਹੁ ਤੇਰਾ। ਬਾਬਾ ਮਿਹਰਬਾਨ ਜੀ ਹੁਣ ਮਨ 'ਚ ਸੰਕਲਪ ਕਰਦੇ ਨੇ ਵੀ ਮੈਂ ਲਾਹੌਰ ਜਾਵਾਂ, ਦੀਵਾਨ ਚੰਦੂ ਨੂੰ ਮਿਲਾਂ, ਬਾਦਸ਼ਾਹ ਨਾਲ ਮੁਲਾਕਾਤ ਕਰਾਂ, ਜਿਹੜੀ ਗੱਲ ਰੁਕੀ ਹੋਈ ਆ ਉਹਨੂੰ ਅੱਗੇ ਤੋਰਾਂ। ਏਦਾਂ ਮਨ ਵਿੱਚ ਬਹੁਤ ਇੱਛਾ ਕਰਦੇ ਨੇ ਜਾਣ ਦੀ। ਜਨਨੀ ਜਾਨ ਨ ਦੇਤੇ ਕਰਨਿਓ ਕਨੇਰਾ। ਕਈ ਵਾਰ ਜਦੋਂ ਘਰ 'ਚ ਜਾਣ ਦੀ ਗੱਲ ਕਰਦੇ ਨੇ ਤੇ ਜਿਹੜੀ ਇਹਨਾਂ ਦੀ ਮਾਤਾ ਹੈ ਕਰਮੋ ਰਾਣੀ, ਉਹ ਰੋਕਦੀ ਹੈ ਮਨ 'ਚ ਨੇਹ ਜਣਾ ਕੇ, ਆਪਣੇ ਪੁੱਤਰ ਦਾ ਮੋਹ ਜਣਾ ਕੇ, ਕਹਿੰਦੀ ਨਹੀਂ ਬੇਟਾ ਨਹੀਂ ਜਾਣਾ, ਅੱਗੇ ਤੇਰਾ ਪਿਤਾ ਗਿਆ ਮੁੜ ਕੇ ਵਾਪਸ ਨਹੀਂ ਆਇਆ, ਤੈਨੂੰ ਨਹੀਂ ਮੈਂ ਹੁਣ ਜਾਣ ਦੇਣਾ। ਏਦਾਂ ਮਾਤਾ ਰੋਕ ਦਿੰਦੀ ਹੈ। ਜੇ ਕਦੇ ਤਿਆਰੀ ਕਰਦੇ ਮਿਹਰਬਾਨ ਜਾਣ ਦੀ ਤਾਂ ਮਾਤਾ ਵਰਜ ਦਿੰਦੀ ਹੈ, ਰੋਕ ਦਿੰਦੀ ਹੈ। ਹੀ ਸੁਤ ਤੂੰ ਅਬ ਆਸਰਾ ਸਿੱਖ ਸੰਗਤ ਕੇਰਾ। ਰੋਕਦਿਆਂ ਤੇ ਵਰਜਦਿਆਂ ਕਹਿੰਦੀ ਹੈ ਹੇ ਪੁੱਤਰ ਤੂੰ ਹੁਣ ਸਾਰੀ ਸਿੱਖ ਸੰਗਤ ਦਾ ਇੱਕ ਕੱਲਾ ਕੱਲਾ ਆਸਰਾ ਹੈ। ਸਾਡੀ ਜਿੰਨੀ ਸੰਗਤ ਹੈ ਜੋ ਤੇਰੇ ਪਿਤਾ ਬਾਬੇ ਪ੍ਰਿਥੀ ਚੰਦ ਦੀ ਪੂਜਾ ਕਰਦੀ ਸੀ, ਜਿੰਨੀ ਮੀਣਿਆਂ ਦੀ ਸੰਗਤ ਹੈ, ਉਹ ਸਭ ਹੁਣ ਤੈਨੂੰ ਮੰਨਦੇ ਆ, ਪੂਜਦੇ ਆ। ਤੂੰ ਹੁਣ ਸਾਰੀ ਸੰਗਤ ਦਾ ਕੱਲਾ ਆਸਰਾ ਹੈ। ਮੈਂ ਆਨੰਦ ਤੇਰੇ ਤੋਂ ਪਿਖ ਕਰ ਮੁਖ ਤੇਰਾ। ਏ ਪੁੱਤਰ ਤੂੰ ਕੱਲਾ ਕੱਲਾ ਮੇਰਾ ਪੁੱਤਰ ਹੈ, ਤੇਰਾ ਮੁਖ ਵੇਖ ਕੇ ਮੈਂ ਆਨੰਦ 'ਚ ਰਹਿਨੀ ਆ, ਤੇਰਾ ਮੁਖ ਵੇਖ ਵੇਖ ਕੇ ਮੈਂ ਜੀਵੰਦੀ ਹਾਂ। ਤੋਏ ਪਿਤਾਮਾ ਜਗ ਗੁਰੂ ਅਜ਼ਮਤ ਤਰ ਪਾਰੀ। ਤੇਰੇ ਜਿਹੜੇ ਦਾਦਾ ਜੀ ਸਨ ਧੰਨ ਗੁਰੂ ਰਾਮਦਾਸ ਸਾਹਿਬ ਜੀ, ਉਹ ਸਾਰੇ ਜਗਤ ਦੇ ਵੱਡੇ ਗੁਰੂ ਹੋਏ, ਬੇਅੰਤ ਅਜ਼ਮਤਾਂ ਦੇ ਕਰਾਮਾਤਾਂ ਦੇ ਮਾਲਕ ਸਨ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨਰ ਨਿਹਾਲ ਕਰ ਸੈਂਕੜੇ ਦੁਰਮਤ ਉਰਟਾਰੀ। ਉਹਨਾਂ ਨੇ ਸੈਂਕੜੇ ਨਹੀਂ ਲੱਖਾਂ ਜੀਵਾਂ ਨੂੰ ਇਹ ਸੰਸਾਰ ਤੋਂ ਨਿਹਾਲ ਕਰਕੇ ਤਾਰਿਆ। ਸੈਂਕੜਿਆਂ ਦੀ ਜਿਹੜੀ ਮਾੜੀ ਤੇ ਭੈੜੀ ਮੱਤ ਸੀ ਉਹਨੂੰ ਦੂਰ ਕਰਕੇ ਉਹਨਾਂ ਨੂੰ ਸਤਿਬੁੱਧੀ ਤੇ ਸਮੱਤ ਦਾ ਧਾਰਨੀ ਬਣਾਇਆ। ਐਸੇ ਸਨ ਤੇਰੇ ਦਾਦਾ ਜੀ ਜਗਤ ਗੁਰੂ ਸ੍ਰੀ ਗੁਰੂ ਰਾਮਦਾਸ ਜੀ। ਬਖਸ਼ਤ ਨਵ ਨਿਧ ਸਿੱਧ ਕੋ ਪਿਖ ਕੈ ਨਿਜ ਸੇਵਾ। ਜਦੋਂ ਕੋਈ ਉਹਨਾਂ ਦੀ ਸੇਵਾ ਕਰਦਾ ਸੀ, ਟਹਿਲ ਕਰਦਾ ਸੀ ਸਮਰਪਣ ਭਾਵ ਨਾਲ, ਉਹ ਆਪਣੀ ਸੇਵਾ ਵੇਖ ਕੇ, ਆਪਣੀ ਟਹਿਲ ਵੇਖ ਕੇ ਇੰਨੀ ਦਇਆ ਕਰਦੇ ਕਿ ਦਇਆ ਕਰਕੇ ਉਹਨੂੰ ਕਰਾਮਾਤਾਂ ਬਖਸ਼ ਦਿੰਦੇ ਸਨ। ਬੇਅੰਤ ਅਜ਼ਮਤਾਂ, ਬੇਅੰਤ ਸ਼ਕਤੀਆਂ, ਬੇਅੰਤੀ ਕਲਾਵਾਂ ਉਹ ਆਪਣੇ ਸੇਵਾ ਕਰਨ ਵਾਲਿਆਂ ਨੂੰ ਬਖਸ਼ਣ ਵਾਲੇ ਸਨ। ਪੂਜਨੀਏ ਸਭ ਕੇ ਪਏ ਜਗ ਸ਼੍ਰੀ ਗੁਰਦੇਵਾ। ਉਹ ਸਾਰੇ ਜਗਤ ਦੇ ਪੂਜਨੀਏ ਹੋਏ ਨੇ, ਸਾਰੇ ਜਗਤ ਦੇ ਸ਼੍ਰੀ ਗੁਰਦੇਵ ਹੋਏ ਹਨ। ਤੋਏ ਪਿਤਾ ਸੇਵੇ ਨਹੀਂ ਹੋਏ ਨਾ ਅਨੁਸਾਰੀ। ਜੇ ਮੈਂ ਕਵਾਂ ਤੇ ਅੱਜ ਸੱਚੀ ਸੱਚੀ ਗੱਲ ਤੈਨੂੰ ਦੱਸਦੀ ਆ ਕਿ ਤੇਰੇ ਪਿਤਾ ਨੇ ਯਾਨੀ ਕਿ ਬਾਬੇ ਪ੍ਰਿਥੀ ਚੰਦ ਨੇ ਉਹਨਾਂ ਦੀ ਸੇਵਾ ਨਹੀਂ ਕੀਤੀ, ਉਹਨਾਂ ਦੀ ਆਗਿਆ 'ਚ ਨਹੀਂ ਚੱਲਿਆ, ਉਹਨਾਂ ਦੇ ਤਾਬਿਆਂ ਹੋ ਕੇ ਨਹੀਂ ਚੱਲਿਆ, ਉਹਨਾਂ ਦੇ ਬਚਨਾਂ ਨੂੰ ਨਹੀਂ ਮੰਨਿਆ ਇਹਨੇ। ਤੇਰੇ ਪਿਤਾ ਦੀ ਵੀ ਤਾਂ ਗਲਤੀ ਹੈ। ਜਿਨ੍ਹਾਂ ਨੇ ਉਹਨਾਂ ਦੀ ਸੇਵਾ ਕੀਤੀ, ਉਹਨਾਂ ਨੇ ਗੁਰੂ ਰਾਮਦਾਸ ਸਾਹਿਬ ਨੇ ਉਹਨਾਂ ਨੂੰ ਬੇਅੰਤ ਕਰਾਮਾਤਾਂ ਅਜਬਤਾਂ ਬਖਸ਼ ਦਿੱਤੀਆਂ।
ਪਰ ਤੇਰੇ ਪਿਤਾ ਨੇ ਉਹਨਾਂ ਦੇ ਅਨੁਸਾਰੀ ਹੋ ਕੇ ਕਦੇ ਚੱਲਣ ਦਾ ਯਤਨ ਹੀ ਨਹੀਂ ਕੀਤਾ, ਨਾ ਕਦੇ ਉਹਨਾਂ ਦੀ ਸੇਵਾ ਟਹਿਲ ਕੀਤੀ। ਸਮਤਾ ਕੋ ਕਰ ਤੋਰਿਓ ਕਟੁ ਗਿਰਾ ਉਚਾਰੀ। ਸਗੋਂ ਉਹਨਾਂ ਦੀ ਬਰਾਬਰੀ ਕਰਦਾ ਰਿਹਾ ਵੀ ਮੈਂ ਗੁਰੂ ਰਾਮਦਾਸ ਸਾਹਿਬ ਦਾ ਵੱਡਾ ਪੁੱਤਰ ਆ, ਮੈਂ ਕੋਈ ਘੱਟ ਆ ਉਹਨਾਂ ਤੋਂ। ਇਦਾਂ ਦੀ ਸੋਚ ਸੀ ਤੇਰੇ ਪਿਓ ਦੀ, ਉਹਨਾਂ ਦੀ ਬਰਾਬਰੀ ਕਰਦਾ ਰਿਹਾ। ਸਗੋਂ ਜੇ ਗੁਰੂ ਰਾਮਦਾਸ ਸਾਹਿਬ ਨੇ ਕੋਈ ਬਚਨ ਕਰਨਾ ਤੇ ਅੱਗੋਂ ਕੜਵਾ ਬੋਲਦਾ ਸੀ, ਉਹਨਾਂ ਨਾਲ ਵੀ ਕਟੂ ਬਾਣੀ, ਕਟੂ ਕਹਿੰਦੇ ਨੇ ਕੌੜੀ ਬਾਣੀ, ਜਿਹੜੀ ਕੌੜੀ ਬੋਲੀ ਹੈ ਉਹ ਬੋਲੀ ਬੋਲਦਾ ਸੀ। ਕਯੋ ਨ ਮਾਨੇ ਕੁਛ ਕਬੇ ਜਾਣੇ ਪਿਤ ਮੇਰਾ। ਉਹਨੇ ਕਦੇ ਵੀ ਗੁਰੂ ਰਾਮਦਾਸ ਸਾਹਿਬ ਜੀ ਦਾ ਬਚਨ ਨਹੀਂ ਮੰਨਿਆ, ਇਹੀ ਜਾਣਦਾ ਸੀ ਵੀ ਮੇਰਾ ਪਿਓ ਹੈ, ਬਸ ਮੇਰਾ ਪਿਤਾ ਹੈ, ਬਸ ਇੰਨਾ ਹੀ ਜਾਣਦਾ ਸੀ। ਇਹ ਨਹੀਂ ਸੀ ਜਾਣਦਾ ਵੀ ਉਹ ਦੀਨ ਦੁਨੀਆ ਦੇ ਪਾਤਸ਼ਾਹ, ਸਾਰੇ ਜਗਤ ਦੇ ਮਾਲਕ, ਸਿਰਜਣਹਾਰ ਨੇ। ਇਹਨੇ ਸਦਾ ਹੀ ਉਹਨਾਂ ਨੂੰ ਪਿਤਾ ਜਾਣ ਕੇ ਵੀ ਨਹੀਂ ਨਾ ਸਤਿਕਾਰ ਦਿੱਤਾ। ਇੱਕ ਪੁੱਤਰ ਦਾ ਜਿਹੜਾ ਧਰਮ ਹੁੰਦਾ ਪਿਤਾ ਪ੍ਰਤੀ, ਉਹ ਵੀ ਉਹਨੇ ਨਹੀਂ ਪਾਲਿਆ। ਪ੍ਰਭੂ ਨ ਜਾਣਿਓ ਅਦਬ ਕਰ ਲਰ ਤੋ ਬੋ ਬੇਰਾ। ਉਹਨੇ ਕਦੇ ਉਹਨਾਂ ਨੂੰ ਪ੍ਰਭੂ ਰੂਪ ਕਰਕੇ ਨਹੀਂ ਜਾਣਿਆ, ਸਗੋਂ ਉਹਨਾਂ ਨਾਲ ਲੜਦਿਆਂ ਹੀ ਝਗੜਦਿਆਂ ਹੀ ਟਾਈਮ ਬਤੀਤ ਕਰਦਾ। ਜਦੋਂ ਵੀ ਕਰਦਾ ਉਹਨਾਂ ਨਾਲ ਝਗੜਾ ਹੀ ਕਰਦਾ ਸੀ। ਜੇ ਗੁਰੂ ਰਾਮਦਾਸ ਸਾਹਿਬ ਇਹਨੂੰ ਕਿਤੇ ਕਿਤੇ ਅਕਲ ਤੋਂ ਮੱਤ ਦਿੰਦੇ, ਇਹ ਅੱਗੋਂ ਝਗੜ ਪੈਂਦਾ ਸੀ ਉਹਨਾਂ ਨਾਲ। ਉਹਨਾਂ ਨੂੰ ਕਹਿੰਦਾ ਜੀ ਮੈਨੂੰ ਪਤਾ ਮੈਂ ਜੋ ਕਰਨਾ। ਏਦਾਂ ਉਹਨਾਂ ਦੇ ਨਾਲ ਝਗੜਦਾ ਸੀ, ਸਦਾ ਹੀ ਉਹਨਾਂ ਦੀ ਆਗਿਆ ਨਹੀਂ ਮੰਨੀ। ਸਾਸ ਰਹੀ ਸਮਝਾਵਤੀ ਜੇ ਚਹਿ ਗੁਰ ਗਾਦੀ। ਮੇਰੀ ਸੱਸ ਯਾਨੀ ਕਿ ਤੇਰੀ ਦਾਦੀ ਮਾਤਾ ਭਾਨੀ, ਉਹ ਬੜਾ ਸਮਝਾਉਂਦੀ ਰਹੀ ਪ੍ਰਿਥੀ ਚੰਦ ਨੂੰ, ਤੇਰੇ ਪਿਓ ਨੂੰ, ਪਰ ਇਹਨੇ ਆਪਣੀ ਮਾਤਾ ਦੀ ਵੀ ਇੱਕ ਗੱਲ ਨਹੀਂ ਮੰਨੀ। ਮੇਰੀ ਸੱਸ ਮਾਤਾ ਬੜੀ ਸਿਆਣੀ ਸੀ, ਬੜੀ ਸੁਮੱਤ ਵਾਲੀ ਸੀ, ਮਹਾਰਾਜ ਗੁਰੂ ਅਮਰਦਾਸ ਸਾਹਿਬ ਦੀ ਸੁਪੁੱਤਰੀ ਸੀ। ਉਹਨੇ ਵੀ ਬਥੇਰਾ ਸਮਝਾਇਆ ਪ੍ਰਿਥੀ ਚੰਦ ਨੂੰ ਵੀ ਪੁੱਤਰ ਤੂੰ ਵੱਡਾ ਹੈ ਤੇ ਪਿਤਾ ਦੀ ਆਗਿਆ 'ਚ ਚੱਲਿਆ ਕਰ, ਉਹਨਾਂ ਦੇ ਬਚਨਾਂ 'ਚ ਚੱਲ ਕੇ ਸੇਵਾ ਕਰਿਆ ਕਰ। ਪਰ ਇਹਨੇ ਕਦੇ ਆਪਣੀ ਮਾਤਾ ਦੀ ਵੀ ਗੱਲ ਨਹੀਂ ਮੰਨੀ, ਉਹਦੀ ਗੱਲ ਨੂੰ ਵੀ ਇਹਨੇ ਨਜ਼ਰਅੰਦਾਜ਼ ਕੀਤੀ ਰੱਖਿਆ। ਸਮਤਾ ਕਰੋ ਨਾ ਪਿਤਾ ਕੀ ਨੈ ਹੂਜੇ ਬਾਦੀ। ਤੁਹਾਡੇ ਦਾਦੀ ਜੀ ਵੀ ਕਹਿੰਦੇ ਰਹੇ ਕਿ ਤੂੰ ਆਪਣੇ ਪਿਤਾ ਦੀ ਬਰਾਬਰੀ ਨਾ ਕਰਿਆ ਕਰ, ਉਹਨਾਂ ਦੇ ਨਾਲ ਬਾਦੀ ਬਣ ਕੇ, ਝਗੜਾਲੂ ਬਣ ਕੇ ਲੜਾਈ ਝਗੜਾ ਨਾ ਕਰਿਆ ਕਰ। ਨਾਏ ਤਲੇ ਹੈ ਦਾਸ ਕੋ ਛੂਛੇ ਰਹਿ ਜਾਵੋ। ਮੇਰੀ ਸੱਸ ਮਾਤਾ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਜੇ ਤੂੰ ਉਹਨਾਂ ਦੀ ਆਗਿਆ 'ਚ ਨਾ ਚੱਲਿਆ ਤੇ ਐਸਾ ਨਾ ਹੋਵੇ ਵੀ ਤੂੰ ਖਾਲੀ ਰਹਿ ਜੇ, ਤੈਨੂੰ ਮਿਲੇ ਹੀ ਨਾ ਕੁਝ, ਤੇ ਕੱਲ ਨੂੰ ਕੋਈ ਸੇਵਾਦਾਰ ਸੇਵਾ ਕਰਕੇ ਉਹਨਾਂ ਕੋਲੋਂ ਗੱਦੀ ਲੈ ਜੇ, ਕਿਉਂਕਿ ਇਹ ਗੱਦੀ ਜਿਹੜੀ ਹੈ ਤਾਂ ਸੇਵਕ ਦੀ ਵਸਤੂ ਹੈ। ਮੇਰੀ ਸੱਸ ਮਾਤਾ ਇਹ ਗੱਲ ਕਹਿੰਦੀ ਹੁੰਦੀ ਸੀ ਵੀ ਇਹ ਤਾਂ ਸੇਵਕ ਦੀ ਵਸਤੂ ਹੈ, ਜਿਹੜਾ ਸੇਵਾ ਕਰੇਗਾ ਉਹਨੂੰ ਹੀ ਪ੍ਰਾਪਤ ਹੋਵੇਗੀ। ਇਸ ਕਰਕੇ ਇਸ ਗੱਲ ਦਾ ਤੂੰ ਖਿਆਲ ਰੱਖ। ਪਰ ਤੇਰੇ ਪਿਓ ਨੇ ਕਦੇ ਆਪਣੀ ਨਾ ਮਾਤਾ ਦੀ ਗੱਲ ਮੰਨੀ, ਨਾ ਪਿਤਾ ਦੀ ਆਗਿਆ ਵਿੱਚ ਚੱਲੇ। ਸੇਵਾ ਕੇ ਬਸ ਹੋਤੇ ਤੁਮ ਸੇਵ ਕਮਾਵੋ। ਮੇਰੀ ਸੱਸ ਮਾਤਾ ਕਹਿੰਦੀ ਰਹੀ ਤੇਰੇ ਪਿਤਾ ਨੂੰ ਕਿ ਗੁਰੂ ਸਾਹਿਬ ਜੀ ਸੇਵਾ ਦੇ ਵਸੀਕਾਰ ਹੁੰਦੇ ਨੇ ਤੇ ਤੂੰ ਸੇਵਾ ਕਰਿਆ ਕਰ, ਸੇਵਾ ਕਮਾਇਆ ਕਰ, ਉਹਨਾਂ ਦੀ ਆਗਿਆ 'ਚ ਰਹਿ ਕੇ ਸੇਵਾ ਕਰਿਆ ਕਰ। ਏਕ ਨ ਮਾਨੀ ਕਿਸੇ ਕੀ ਨਿਜ ਹਿਤ ਨੈ ਜਾਣਾ। ਪਰ ਉਹਨੇ ਕਿਸੇ ਦੀ ਇੱਕ ਨਹੀਂ ਮੰਨੀ। ਉਹਨੇ ਇਹ ਨਹੀਂ ਸਮਝਿਆ ਵੀ ਮੇਰੇ ਭਲੇ ਵਾਸਤੇ ਮੇਰੀ ਮਾਂ ਕਹਿੰਦੀ ਹੈ, ਮੇਰੀ ਮਾਤਾ ਮੇਰੇ ਭਲੇ ਵਾਸਤੇ ਮੈਨੂੰ ਇਹ ਗੱਲ ਕਹਿੰਦੀ ਹੈ। ਉਸ ਗੱਲ ਦਾ ਵੀ ਉਹਨੇ ਕਿਸੇ ਪ੍ਰਕਾਰ ਦੀ ਪਰਵਾਹ ਨਹੀਂ ਕੀਤੀ, ਆਪਣੀ ਮਾਤਾ ਦੇ ਬਚਨ ਨਹੀਂ ਪਾਲੇ ਕਮਾਏ। ਲੱਖ ਵਿਸਾਲ ਬੁੱਧ ਆਪਣੀ ਉਰ ਮੈਂ ਗਰਬਾਨਾ। ਹਿਰਦੇ 'ਚ ਹੰਕਾਰ ਕਰਦਾ ਸੀ ਵੀ ਮੇਰੀ ਮਾਂ ਨੂੰ ਕੀ ਪਤਾ, ਮੇਰੀ ਬੁੱਧੀ ਬੜੀ ਜ਼ਿਆਦਾ ਹੈ, ਮੈਂ ਬਹੁਤ ਦੂਰ ਅੰਦੇਸ਼ੀ ਬਿਰਤੀ ਨੂੰ ਰੱਖਣ ਵਾਲਾ। ਇਹ ਤਾਂ ਮਾਤਾ ਉਦਾਂ ਹੀ ਕਰੀ ਜਾਂਦੀ ਹੈ। ਏਦਾਂ ਮਾਤਾ ਦੀਆਂ ਜਿਹੜੀਆਂ ਸਿਆਣੀਆਂ ਬਾਤਾਂ ਵੀ ਸਨ, ਉਹ ਵੀ ਤੇਰੇ ਪਿਤਾ ਨੇ ਨਜ਼ਰਅੰਦਾਜ਼ ਕਰਕੇ ਰੱਖੀਆਂ। ਅਰਜਨ ਆਇਸ ਮਾਨ ਕਰ ਲਵਪੁਰੀ ਸਿਧਾਵਾ। ਤੇ ਜਿਹੜੇ ਤੇਰੇ ਚਾਚਾ ਜੀ ਨੇ ਯਾਨੀ ਕਿ ਛੋਟੇ ਸਨ ਗੁਰੂ ਅਰਜਨ ਦੇਵ ਸਾਹਿਬ, ਜਦੋਂ ਲਾਹੌਰ ਸ਼ਹਿਰ ਦੇ ਵਿੱਚ ਸ਼ਾਦੀ ਸੀ ਰਿਸ਼ਤੇਦਾਰੀ 'ਚ ਬਾਬੇ ਸਹਾਰੀ ਮੱਲ ਦੇ ਪੁੱਤਰ ਦੀ, ਉਦੋਂ ਗੁਰੂ ਰਾਮਦਾਸ ਸਾਹਿਬ ਜੀ ਨੇ ਕਿਹਾ ਸੀ ਤੇਰੇ ਪਿਤਾ ਨੂੰ ਵੀ ਤੂੰ ਸਿਆਣਾ ਜਾ ਕੇ ਉੱਥੇ ਸ਼ਾਦੀ 'ਚ ਹਾਜ਼ਰੀ ਭਰ, ਪਰ ਇਹ ਨਹੀਂ ਗਿਆ।
ਪਰ ਗੁਰੂ ਅਰਜਨ ਦੇਵ ਸਾਹਿਬ ਨੇ ਆਗਿਆ ਮੰਨੀ ਪਿਤਾ ਦੀ, ਔਰ ਗੁਰੂ ਜੀ ਉਹਨਾਂ ਨੇ ਕਿਹਾ ਸੀ ਕਿ ਜਦੋਂ ਤਾਈਂ ਅਸੀਂ ਵਾਪਸ ਨਾ ਸੱਦੀਏ ਆਇਓ ਨਾ, ਇਹ ਕਹਿ ਕੇ ਭੇਜਿਆ ਸੀ। ਤੇ ਗੁਰੂ ਅਰਜਨ ਦੇਵ ਸਾਹਿਬ ਨੇ 7 ਬਚਨ ਕਰਕੇ ਉਹਨਾਂ ਦਾ ਬਚਨ ਮੰਨ ਕੇ ਲਾਹੌਰ ਸ਼ਹਿਰ 'ਚ ਜਾਣਾ ਕੀਤਾ ਸੀ। ਇਸਈ ਤੇ ਸੋ ਪ੍ਰਸੰਨ ਵੈ ਤਿਨ ਕੇ ਮਨ ਪਾਵਾ। ਏਦਾਂ ਉਹਨਾਂ ਨੇ ਆਪਣੇ ਪਿਤਾ ਦਾ ਇਹ ਬਚਨ ਮੰਨਿਆ, ਬਸ ਇਹਦੇ ਤੋਂ ਹੀ ਪ੍ਰਸੰਨ ਹੋ ਗਏ ਗੁਰੂ ਰਾਮਦਾਸ ਸਾਹਿਬ। ਜਦੋਂ ਗੁਰੂ ਅਰਜਨ ਸਾਹਿਬ ਨੇ ਏਦਾਂ ਬਚਨ ਮੰਨਿਆ, ਉਹਨਾਂ ਦੀ ਆਗਿਆ ਮੰਨੀ, ਤੇ ਗੁਰੂ ਰਾਮਦਾਸ ਸਾਹਿਬ ਇਸੇ ਸੇਵਾ ਤੋਂ ਹੀ ਰੀਝ ਪਏ, ਪ੍ਰਸੰਨ ਹੋ ਕੇ ਉਹਨਾਂ ਤੇ ਬਖਸ਼ਿਸ਼ ਕਰ ਦਿੱਤੀ। ਗੁਰਤਾ ਗਾਦੀ ਪਰ ਥਿਰਿਓ ਅਜ਼ਮਤ ਕੋ ਪਾਏ। ਔਰ ਗੁਰਤਾ ਗੱਦੀ ਦੇ ਉੱਤੇ ਉਹ ਥਿਰ ਹੋ ਗਏ, ਉਹਨਾਂ ਨੂੰ ਸਾਰੀਆਂ ਆਜ਼ਮਤਾਂ, ਸਾਰੀਆਂ ਕਰਾਮਾਤਾਂ, ਬਰਕਤਾਂ ਗੁਰੂ ਰਾਮਦਾਸ ਸਾਹਿਬ ਜੀ ਦੇ ਕੋਲ ਜੋ ਸੀ ਉਹ ਗੁਰੂ ਅਰਜਨ ਦੇਵ ਸਾਹਿਬ ਨੂੰ ਪ੍ਰਾਪਤ ਹੋ ਗਿਆ। ਦੇਖ ਨਿਕਟ ਤੇਰੇ ਹੱਥਿਓ ਸੁਲਈ ਤਸ ਜਾਏ। ਆ ਵੇਖ, ਪਹਿਲਾਂ ਮੈਂ ਨਹੀਂ ਸੀ ਮੰਨਦੀ, ਪਰ ਹੁਣ ਤਾਂ ਮੈਂ ਅਜਮਾ ਕੇ ਵੇਖ ਲਿਆ ਵੀ ਗੁਰੂ ਅਰਜਨ ਦੇਵ ਸਾਹਿਬ ਬੜੇ ਵੱਡੇ ਅਜਮਤੀ ਨੇ, ਕਰਾਮਾਤੀ ਨੇ। ਵੇਖ ਹੁਣ ਤੇਰਾ ਪਿਓ ਗਿਆ ਸੀ ਉਹਨਾਂ ਦੇ ਖਿਲਾਫ, ਪਹੁੰਚਿਆ ਕੋਈ ਰਸਤੇ 'ਚ ਹੀ ਮਰ ਗਿਆ ਨਾ। ਚਾਵਲਾਂ ਨਾਲ ਵੀ ਕਦੇ ਬੰਦਾ ਮਰਦਾ ਹੁੰਦਾ, ਵੀ ਚਾਵਲ ਖਾ ਕੇ ਬੰਦਾ ਮਰ ਜਾਏ। ਆ ਵੇਖ ਅੱਗੇ ਵੀ ਤੇਰਾ ਪਿਓ ਚਾਵਲ ਰਾਤ ਨੂੰ ਖਾਂਦਾ ਹੀ ਹੈ ਨਾ, ਕਈ ਵਾਰੀ ਦਹੀਂ ਨਾਲ ਚੌਲ ਖਾਦੇ ਆ, ਕਈ ਵਾਰੀ ਸਾਗ ਨਾਲ ਖਾਦੇ ਆ। ਪਰ ਆ ਵੇਖ ਉਹਨਾਂ ਦੀ ਗੁਰੂ ਅਰਜਨ ਦੇਵ ਸਾਹਿਬ ਦੀ ਕਿੱਡੀ ਵੱਡੀ ਕਰਾਮਾਤ ਹੈ ਕਿ ਤੇਰਾ ਪਿਤਾ ਉੱਥੇ ਪਹੁੰਚ ਨਹੀਂ ਸਕਿਆ, ਰਸਤੇ 'ਚ ਮਰ ਗਿਆ। ਫਿਰ ਸੁਲੀ ਖਾਂ ਆਇਆ ਸੀ, ਤੇ ਸੁਲੀ ਖਾਂ ਚੰਗਾ ਭਲਾ ਉਹ ਅੱਗ ਦੇ ਆਵੇ ਦੇ ਵਿੱਚ ਇੱਟਾਂ ਦਾ ਜਿਹੜਾ ਆਵਾ ਪੱਕਦਾ ਸੀ ਉਹਦੇ 'ਚ ਧੱਸ ਕੇ ਸੜ ਕੇ ਮਰ ਗਿਆ। ਸੁਲਬੀ ਗਮਨਿਓ ਪਕਰਨੇ ਮਗ ਵਿਖੇ ਸੰਘਾਰਾ। ਫਿਰ ਸੁਲਬੀ ਖਾਂ ਗਿਆ ਸੀ ਫੜਨ ਵਾਸਤੇ, ਉਹ ਵੀ ਸੈਯਦ ਨੇ ਰਸਤੇ 'ਚ ਕਟਾਰ ਮਾਰ ਕੇ ਉਹਨੂੰ ਮਾਰ ਦਿੱਤਾ, ਉਹ ਵੀ ਗੁਰੂ ਅਰਜਨ ਦੇਵ ਸਾਹਿਬ ਤੱਕ ਪਹੁੰਚ ਨਹੀਂ ਸਕਿਆ। ਤੋਏ ਪਿਤਾ ਅਸਗਤ ਪਈ ਕੁਛ ਚਲਿਓ ਨਾ ਚਾਰਾ। ਵੇਖ ਹੁਣ ਤੇਰੇ ਪਿਓ ਦੀ ਕੀ ਹਾਲਤ ਹੋਈ ਹੈ, ਕੋਈ ਚਾਰਾ ਚੱਲਿਆ, ਕੋਈ ਵਾਹ ਚੱਲਿਆ ਕਿਸੇ ਦਾ? ਨਾ ਸੁਲੀ ਖਾਂ ਦਾ, ਨਾ ਸੁਲਬੀ ਖਾਨ ਦਾ, ਨਾ ਤੇਰੇ ਪਿਤਾ ਦਾ ਕੋਈ ਚਾਰਾ ਚੱਲਿਆ। ਕਰ ਆਪਣੇ ਗੁਜ਼ਰਾਨ ਬੋ ਸਿੱਖ ਸੇਵਕ ਆਵੇ। ਤੇ ਬੇਟਾ ਹੁਣ ਤੂੰ ਉਸ ਪਾਸੇ ਦਾ ਖਿਆਲ ਛੱਡ ਦੇ, ਆਪਣਾ ਘਰ ਵਧੀਆ ਚੱਲ ਰਿਹਾ, ਸਿੱਖ ਸੇਵਕ ਆਉਂਦੇ ਨੇ, ਚੰਗੀ ਗੁਜਰਾਨ ਚੱਲ ਰਹੀ ਹੈ, ਵਧੀਆ ਰੋਟੀ ਖਾਂਦੇ ਆ, ਇੱਜ਼ਤ ਬਣੀ ਹੋਈ ਆ ਇੱਥੇ ਸਮਾਜ ਵਿੱਚ, ਸਿੱਖ ਸੰਗਤਾਂ ਸਾਡੇ ਕੋਲ ਚੱਲ ਕੇ ਆਉਂਦੀਆਂ ਨੇ। ਬੈਠੇ ਕਰੋ ਆਨੰਦ ਕੋ ਸੁਖ ਲਿਓ ਮਨ ਪਾਵੇ। ਤੂੰ ਇੱਥੇ ਬੈਠਾ ਗੱਦੀ ਤੇ ਆਨੰਦ ਸਹਿਤ ਰਹਿ, ਔਰ ਮਨ ਭਾਉਂਦੇ ਸੁਖ ਆਪਣੇ ਘਰ ਵਿੱਚ ਮਾਣ ਨਾ ਕਰ। ਕਰਾਮਾਤ ਕੋ ਜੋਰ ਤੇ ਨਰ ਕਿਤੇ ਸੰਘਾਰੇ। ਗੁਰੂ ਅਰਜਨ ਦੇਵ ਸਾਹਿਬ ਕਰਾਮਾਤੀ ਨੇ, ਇਹ ਮੈਂ ਜਾਣ ਗਈ ਆ। ਵੇਖ ਉਹਨਾਂ ਨੇ ਆਪਣੀ ਕਰਾਮਾਤ ਦੇ ਜ਼ੋਰ ਨਾਲ ਹੀ ਕਿਵੇਂ ਮਾਰ ਦਿੱਤੇ ਬੰਦੇ। ਸੁਲੀ ਖਾਂ ਮਾਰਿਆ, ਸੁਲਬੀ ਖਾਂ ਮਾਰ ਦਿੱਤਾ, ਹੁਣ ਤੇਰੇ ਪਿਓ ਨੂੰ ਮਾਰ ਦਿੱਤਾ। ਹਾਲਾਂਕਿ ਮਾਰਿਆ ਤੇ ਇਹਨਾਂ ਦੀ ਹੋਣੀ ਨੇ, ਇਹਨਾਂ ਨੂੰ ਕੁਦਰਤ ਨੇ ਇਹਨਾਂ ਨੂੰ ਦੰਡ ਦਿੱਤਾ, ਪਰ ਕਰਮੋਂ ਦੀ ਸੁਰਤ ਵਿੱਚ ਜਿੰਨੀ ਕੁ ਗੱਲ ਆਈ ਉਦਾਂ ਹੀ ਕਹਿ ਰਹੀ ਹੈ ਮਿਹਰਬਾਨ ਨੂੰ। ਵੇਖ ਬੇਟਾ ਉਹ ਕਿੱਡੇ ਵੱਡੇ ਕਰਾਮਾਤੀ ਨੇ, ਉਹਨਾਂ ਨੇ 3 ਬੰਦੇ ਏਡੇ ਵੱਡੇ ਬਲੀ ਸਨ, ਆਪਣੀ ਕਰਾਮਾਤ ਦੇ ਜ਼ੋਰ ਨਾਲ ਮਾਰ ਦਿੱਤੇ ਹਨ। ਨੈ ਗਮਨੋ ਕਰ ਬੈਰ ਕੋ ਜੀਵਨ ਚਿਤ ਤਾਰੇ। ਤੂੰ ਹੁਣ ਆਪਣੇ ਮਨ ਦੇ ਵਿੱਚ ਵੈਰ ਦੀ ਬਿਰਤੀ ਰੱਖ ਕੇ ਨਾ ਜਾਈਂ। ਜੇ ਤੂੰ ਜੀਵਣਾ ਚਾਹੁੰਦਾ, ਜੇ ਤੂੰ ਸਾਡਾ ਆਸਰਾ ਬਣ ਕੇ ਰਹਿਣਾ ਚਾਹੁੰਦਾ, ਤੇ ਹੁਣ ਤੂੰ ਇਹ ਵੈਰ ਵਿਰੋਧ ਦੀ ਬਿਰਤੀ ਰੱਖ ਕੇ ਨਾ ਜਾਏ। ਜਿਨ ਮਾਰਿਓ ਨਿਜ ਪ੍ਰਾਤ ਕੋ ਲਖ ਸ਼ਤਰੂ ਸਮਾਨਾ। ਏ ਪੁੱਤਰ ਮਿਹਰਬਾਨ, ਜਿਨ੍ਹਾਂ ਨੇ ਆਪਣਾ ਸੱਕਾ ਭਰਾ ਮਾਰ ਦਿੱਤਾ, ਆਪਣਾ ਦੁਸ਼ਮਣ ਜਾਣ ਕੇ ਕਰਾਮਾਤ ਨਾਲ, ਉਹ ਤੇਰੇ ਨਾਲ ਕੀ ਕਰਨਗੇ? ਤੂੰ ਤਾਂ ਭਤੀਜਾ, ਭਰਾ ਨੇੜੇ ਹੁੰਦਾ, ਭਤੀਜਾ ਦਾ ਦੂਜੀ ਪੀੜ੍ਹੀ ਹੋ ਗਈ ਅੱਗੇ। ਕਹਿਣ ਲੱਗੀ ਕਿ ਜਿਨ੍ਹਾਂ ਨੇ ਕਰਾਮਾਤ ਦੇ ਬਲ ਨਾਲ ਆਪਣਾ ਸੱਕਾ ਭਰਾ ਮਾਰ ਦਿੱਤਾ ਦੁਸ਼ਮਣਾਂ ਦੇ ਸਮਾਨ। ਕਹਾਂ ਭਤੀਜੇ ਸੋ ਕਰੇ ਔਰ ਪਿਆਰ ਮਾਨ। ਤੇ ਉਹ ਭਲਾ ਆਪਣੇ ਭਤੀਜੇ ਨਾਲ ਕਾਹਦਾ ਪਿਆਰ ਕਰਨਗੇ? ਆਪਣੇ ਭਤੀਜੇ ਨਾਲ ਕਿਹੜੀ ਉਹਨਾਂ ਮੁਹੱਬਤ ਕਰਨੀ ਹੈ, ਪ੍ਰੇਮ ਕਰਨਾ ਹੈ। ਬਹੁ ਫਲ ਪਾਇਓ ਬੈਰ ਤੇ
ਅਬ ਟਿਕੂ ਆਵਾਸਾ। ਪਰ ਉਹਨਾਂ ਨਾਲ ਵੈਰ ਕਮਾ ਕੇ ਅਸੀਂ ਬੜਾ ਫਲ ਭੋਗ ਲਿਆ, ਹੁਣ ਤੂੰ ਆਪਣੇ ਘਰ ਵਿੱਚ ਟਿਕਿਆ ਰਹਿ, ਹੁਣ ਨਹੀਂ ਤੈਨੂੰ ਕਿਤੇ ਆਸੇ-ਪਾਸੇ ਜਾਣ ਦੀ ਲੋੜ। ਪ੍ਰਥਮੇ ਕਾਡੇ ਨਗਰ ਤੇ ਤੋਮਤ ਦੇ ਤਰਾਸਾ। ਪਹਿਲਾਂ ਉਹਨਾਂ ਨੇ ਆਪਾਂ ਨੂੰ ਨਗਰ ਵਿੱਚੋਂ ਕੱਢਿਆ, ਕਈ ਤਰ੍ਹਾਂ ਦੀਆਂ ਸਾਡੇ ਤੇ ਤੋਮਤਾਂ ਲਾਈਆਂ, ਸਾਨੂੰ ਡਰਾਵੇ ਦਿੱਤੇ, ਸਾਨੂੰ ਭੈ ਭੀਤ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬੇਪੱਤ ਕਰਕੇ, ਬੇਇੱਜ਼ਤ ਕਰਕੇ ਸਾਨੂੰ ਕੱਢਿਆ ਸੀ। ਇਤਿਆਦਿਕ ਮਾਤਾ ਕਿਉ ਨੀਕੇ ਸਮਝਾਵਾ। ਕੋਈ ਲੋੜ ਨਹੀਂ ਹੁਣ ਤੈਨੂੰ ਉਹਨਾਂ ਨਾਲ ਵੈਰ ਕਮਾਉਣ ਦੀ, ਤੂੰ ਚੁੱਪ ਕਰਕੇ ਸ਼ਾਂਤੀ ਨਾਲ ਘਰ ਬੈਠਾ ਰਹੋ। ਇੱਥੇ ਪੂਜਾ ਹੁੰਦੀ ਆ, ਪ੍ਰਤਿਸ਼ਠਾ ਹੁੰਦੀ ਆ, ਵਧੀਆ ਭੋਜਨ ਛਕ ਰਹੇ ਆ, ਸਾਨੂੰ ਨਹੀਂ ਲੋੜ ਹੁਣ ਕਿਤੇ ਸੱਜੇ ਖੱਬੇ ਜਾਣ ਦੀ। ਏਦਾਂ ਬਹੁਤ ਸਾਰੀਆਂ ਗੱਲਾਂ ਕਰਕੇ ਕਰਮੋਂ ਆਪਣੇ ਪੁੱਤਰ ਮਿਹਰਬਾਨ ਨੂੰ ਸਮਝਾਉਂਦੀ ਹੈ। ਜੇ ਕਿਤੇ ਗੱਲਾਂ ਇਹਨੇ ਬਾਬੇ ਪ੍ਰਿਥੀ ਚੰਦ ਨੂੰ ਸਮਝਾਈਆਂ ਹੁੰਦੀਆਂ ਇੱਥੇ ਤੱਕ ਨੌਬਤ ਨਾ ਪਹੁੰਚਦੀ। ਹੁਣ ਵੀ ਸੁਰਤ ਆਈ ਹੈ ਇਹਨੂੰ ਥੋੜੀ ਬਹੁਤ ਆਪਣੇ ਪੁੱਤ ਨੂੰ ਸਮਝਾਉਂਦੀ, ਨਹੀਂ ਲੋੜ ਤੈਨੂੰ ਕਿਤੇ ਆਸੇ-ਪਾਸੇ ਜਾਣ ਦੀ। ਮਿਹਰਬਾਨ ਡਰ ਪਿਓ ਤਬੇ ਕਰ ਬੈਠ ਰਹਾਵਾ। ਜਦੋਂ ਮਾਂ ਨੇ ਸਾਰੀਆਂ ਗੱਲਾਂ ਕੀਤੀਆਂ ਤੇ ਸੁਣ ਕੇ ਮਿਹਰਬਾਨ ਵੀ ਡਰ ਗਿਆ ਵੀ ਵਾਕਈ ਇਹ ਤਾਂ ਗੱਲ ਸੱਚੀ ਹੈ ਵੀ ਗੁਰੂ ਸਾਹਿਬ ਜੀ ਕਰਾਮਾਤੀ ਨੇ। ਤਦੇ ਤੇ ਏਡੇ ਬਲੀ ਜਰਨੈਲ ਸੀ, ਸੁਲੀ ਖਾਂ ਸੁਲਭੀ ਖਾਂ ਵਰਗੇ ਮਾਰੇ ਗਏ ਨੇ। ਤੋ ਇਹ ਸਾਰੀਆਂ ਗੱਲਾਂ ਸੁਣ ਕੇ ਇੱਕ ਵਾਰੀ ਮਿਹਰਬਾਨ ਦਾ ਮਨ ਡਰ ਗਿਆ ਤੇ ਘਰ ਰਹਿਣ ਦਾ ਹੀ ਇਹਨੇ ਮਨ ਬਣਾ ਲਿਆ ਵੀ ਮੈਂ ਹੁਣ ਨਹੀਂ ਜਾਣਾ, ਉਹਨਾਂ ਦੇ ਖਿਲਾਫ ਨਹੀਂ ਭੁਗਤਣਾ। ਨਹੀਂ ਜਾਣ ਕੀ ਮਤ ਕਰੀ ਕਿਸਈ ਇਸ ਥਾਨੀ। ਇਹਨੇ ਮਨ 'ਚ ਧਾਰਨਾ ਕਰ ਲਈ ਵੀ ਮੈਂ ਨਹੀਂ ਹੁਣ ਕਿਤੇ ਆਸੇ-ਪਾਸੇ ਜਾਣਾ, ਹੁਣ ਮੈਂ ਇੱਥੇ ਘਰ ਦੇ ਵਿੱਚ ਹੀ ਰਹਿ ਕੇ ਆਪਣਾ ਜਿਵੇਂ ਮੇਰਾ ਕਾਰਜ ਹੈ ਉਹ ਕਰਨਾ ਹੈ। ਰਿਓ ਗ੍ਰਾਮ ਕੋਠੇ ਵਿਖੇ ਤਿਨ ਕੇ ਸਿੱਖ ਮਾਨੇ। ਬਾਬਾ ਮਿਹਰਬਾਨ ਜੀ ਕੋਠੇ ਪਿੰਡ 'ਚ ਰਹਿਣ ਲੱਗੇ, ਜਿਹੜੇ ਇਹਨਾਂ ਦੇ ਥੋੜੇ ਬਹੁਤ ਸਿੱਖ ਸੇਵਕ ਸਨ, ਚੇਲੇ ਚਾਟੜੇ ਸੀ, ਉਹ ਆਉਂਦੇ ਨੇ ਇਲਾਕੇ ਵਿੱਚੋਂ ਵੀ, ਨੇੜੇ ਤੇੜੇ ਦੇ ਪਿੰਡਾਂ 'ਚੋਂ ਲੋਕ ਆਉਂਦੇ ਨੇ, ਉਹ ਆ ਕੇ ਬਾਬੇ ਮਿਹਰਬਾਨ ਦੀ ਪੂਜਾ ਕਰਦੇ ਹਨ। ਉਤ ਪਾਪੀ ਚੰਦੂ ਸੁਨਿਓ ਪ੍ਰਿਥੀਏ ਤਨ ਛੋਰਾ। ਉਧਰ ਪਾਪੀ ਚੰਦੂ ਮਲੇਸ਼ ਨੇ ਇਹ ਗੱਲ ਸੁਣੀ ਕਿ ਬਾਬੇ ਪ੍ਰਿਥੀ ਚੰਦ ਨੇ ਸਰੀਰ ਤਿਆਗ ਦਿੱਤਾ। ਉਹਨੂੰ ਖਬਰ ਹੋ ਗਈ ਕਿ ਪ੍ਰਿਥੀ ਚੰਦ ਆ ਗਿਆ ਸੀ ਇੱਥੇ ਨੇੜੇ ਹੇਹਰ ਪਿੰਡ 'ਚ, ਉਹਨੇ ਸਰੀਰ ਤਿਆਗ ਦਿੱਤਾ। ਚੰਦੂ ਨੇ ਸਾਰੀ ਗੱਲਬਾਤ ਸੁਣੀ। ਪਰਿਓ ਕਾਵ ਪਰ ਲਵਨ ਜਨ ਪ੍ਰਾਪਤ ਦੁਖ ਕੋਰਾ। ਚੰਦੂ ਏਦਾਂ ਦੁਖੀ ਹੋਇਆ ਪ੍ਰਿਥੀ ਚੰਦ ਦੀ ਮੌਤ ਦੀ ਖਬਰ ਸੁਣ ਕੇ, ਮਾਨੋ ਜਿਵੇਂ ਕਿਸੇ ਨੇ ਜ਼ਖਮ ਦੇ ਉੱਤੇ ਲੂਣ ਭੁੱਕ ਦਿੱਤਾ ਹੋਵੇ, ਤੇ ਜ਼ਖਮ ਤੇ ਲੂਣ ਪਵੇ ਤੇ ਜਿਵੇਂ ਤੜਫਦਾ ਨਾ ਬੰਦਾ, ਏਦਾਂ ਚੰਦੂ ਤੜਫਣ ਲੱਗਾ। ਬ੍ਰਿਣ ਪਾ ਕੇ ਪਰ ਲੱਗ ਗਈ ਜਨ ਓਚਕ ਚੋਟਾ। ਕਹਿੰਦੇ ਏਦਾਂ ਬੇਬਲ ਹੋਇਆ, ਏਦਾਂ ਜ਼ਿਆਦਾ ਤੜਫਣ ਲੱਗਾ ਵੀ ਮਾਨੋ ਜਿਵੇਂ ਜ਼ਖਮ ਹੋਵੇ ਨਾ ਪੱਕਾ ਸਰੀਰ ਤੇ ਪੱਕਿਆ ਹੋਵੇ ਤੇ ਉਹਦੇ 'ਚ ਰੇਸ਼ਾ ਪਿਆ ਹੋਵੇ ਤੇ ਅਚਾਨਕ ਦੁਖ ਜਾਏ, ਉਹਦੇ ਤੇ ਫਿਰ ਚੋਟ ਲੱਗ ਜਾਏ ਤੇ ਜਿਵੇਂ ਪੀੜਾ ਹੁੰਦੀ ਹੈ ਨਾ, ਏਦਾਂ ਚੰਦੂ ਦਾ ਕਾਲਜਾ ਫਟਣ ਲੱਗਾ ਪੀੜ ਦੇ ਨਾਲ ਸੁਣ ਕੇ ਕਿ ਬਾਬਾ ਪ੍ਰਿਥੀ ਚੰਦ ਜੀ ਮਰ ਗਏ ਨੇ। ਬਾਣ ਲਗਿਓ ਜਨ ਕਾਨ ਮੈਂ ਬੀਦਿਓ ਮਨ ਖੋਟਾ। ਜਾਂ ਇਸ ਤਰ੍ਹਾਂ ਕਹਿ ਲੋ ਵੀ ਕਿਸੇ ਨੇ ਕਾਲਜੇ ਦੇ ਵਿੱਚ ਤਿੱਖਾ ਤੀਰ, ਜਿਹੜਾ 4 ਉਂਗਲ ਚੌੜਾ ਖੱਪਰਾ, ਉਹ ਘੋਪ ਦਿੱਤਾ ਹੋਵੇ। ਜਦੋਂ ਕੰਨਾਂ 'ਚ ਸੁਣਿਆ ਨਾ ਵੀ ਪ੍ਰਿਥੀ ਚੰਦ ਦੀ ਮੌਤ ਹੋ ਗਈ, ਮਾਨੋ ਵੀ ਜਿਵੇਂ ਕੋਈ ਤਿੱਖਾ ਤੀਰ ਨਹੀਂ ਕਿਸੇ ਨੇ ਕਲੇਜੇ 'ਚ ਮਾਰ ਦਿੱਤਾ ਹੋਵੇ, ਏਦਾਂ ਇਹਦੇ ਕਾਲਜੇ ਦੇ ਵਿੱਚ ਪੀੜਾ ਉੱਠੀ ਹੈ। ਬਾਦੀ ਉਤੋ ਸਮਾਨ ਕੋ ਸੋ ਪੀ ਪ੍ਰਭਾਨਾ। ਸੋਚਦਾ ਕਿ ਜਿਹੜਾ ਪ੍ਰਿਥੀ ਚੰਦ ਸੀ ਐਨ ਮੇਰੇ ਬਰਾਬਰ ਦਾ ਬਾਦੀ ਸੀ। ਬਾਦੀ ਦਾ ਮਤਲਬ ਹੈ ਵੀ ਜਿੰਨਾ ਮੈਂ ਵਿਰੋਧੀ ਆ ਗੁਰੂ ਅਰਜਨ ਸਾਹਿਬ ਦਾ, ਉਹ ਮੇਰੇ ਨਾਲੋਂ 2 ਰੱਤੀਆਂ ਉੱਤੇ ਹੀ ਸੀ, ਪਰ ਪਰਮੇਸ਼ਰ ਨੂੰ ਭਾਇਆ ਨਹੀਂ, ਉਹਦੀ ਮੌਤ ਹੋ ਗਈ ਹੈ, ਉਹ ਇੱਥੇ ਤੱਕ ਪਹੁੰਚ ਨਹੀਂ ਸਕਿਆ। ਜਤਨ ਨਿਫਲ ਸਭ ਹੋਤੇ ਜੇ ਰਚੇ ਮਾਨ। ਸੋਚਦਾ ਪਤਾ ਨਹੀਂ ਕੀ ਹੋਈ ਜਾਂਦਾ, ਮੈਂ ਜਿੰਨੇ ਯਤਨ ਕਰਦਾ ਸਾਰੇ ਯਤਨ ਨਿਸ਼ਫਲ ਜਾਈ ਜਾਂਦੇ ਨੇ, ਜਿੰਨੇ ਉਪਾਅ ਕਰਦਾ ਉਹ ਸਾਰੇ ਦੇ ਸਾਰੇ ਉਪਾਅ ਫੇਲ ਹੋਈ ਜਾਂਦੇ ਹਨ। ਸੁਲਈ ਸੁਲਭੀ ਪ੍ਰਿਥਿਆ तीनों मृत हुए। पहला सुली खां मर गया, फिर सुलभी खां मर गया,
ਹੁਣ ਪ੍ਰਿਥੀ ਚੰਦ ਤਿੰਨਾਂ ਦੀ ਇਹਨਾਂ ਦੀ ਮੌਤ ਹੋ ਗਈ। अब उपाय मैं क्या करूं मत आए न कोए। ਸੋਚਦਾ ਵੀ ਹੁਣ ਮੈਂ ਕੀ ਉਪਾਅ ਕਰਾਂ, ਵੀ ਮੇਰੀ ਤਾਂ ਅਕਲ 'ਚ ਕੋਈ ਗੱਲ ਨਹੀਂ ਸੁਝਦੀ। ਹੁਣ ਮੈਂ ਐਸਾ ਕੀ ਉਪਾਅ ਕਰਾਂ, ਇਹੋ ਜੀ ਕਿਹੜੀ ਜੁਗਤ ਅਪਣਾਵਾਂ। महिमा मान न परे पग जै बड़े को भागा। ਸੋਚਦਾ ਕਿ ਕੀ ਕਰਾਂ, ਹਾਲਾਂਕਿ ਇੱਥੇ ਪ੍ਰਤੱਖ ਮਹਾਰਾਜ ਜੀ ਦੀ ਮਹਿਮਾ ਪ੍ਰਗਟ ਹੋ ਗਈ ਹੈ, ਪਰ ਚੰਦੂ ਨੂੰ ਨਹੀਂ ਸੁਝਦੀ। ਇਹਨੂੰ ਦਿਸਦਾ ਨਹੀਂ ਪਿਆ, ਅਕਲ ਤੇ ਪੜਦਾ ਪਿਆ ਹੋਇਆ। ਪਾਪਾ ਨੇ ਮੱਤ ਮਾਰੀ ਹੋਈ ਸੀ ਇਹਦੀ। ਮਹਾਰਾਜ ਜੀ ਦੀ ਮਹਿਮਾ ਜਾਣ ਕੇ ਉਹਨਾਂ ਦੇ ਚਰਨੀ ਨਹੀਂ ਪੈਂਦਾ, ਉਹਨਾਂ ਦੀ ਸ਼ਰਨ ਨਹੀਂ ਪੈਂਦਾ ਕਿ ਮਹਾਰਾਜ ਕਿਰਪਾ ਕਰਕੇ ਬਖਸ਼ ਲਓ, ਮੈਂ ਬੜੇ ਅਪਰਾਧ ਕੀਤੇ ਐ। ਜੇ ਸ਼ਰਨ ਪੈ ਜਾਂਦਾ ਨਾ ਸਤਿਗੁਰਾਂ ਦੀ, ਤੇ ਸਤਿਗੁਰੂ ਐਡੇ ਵੱਡੇ ਦਿਆਲੂ ਨੇ, ਝੱਟ ਬਖਸ਼ਦਿਆਂ ਦੇਰੀ ਨਹੀਂ ਲਾਉਂਦੇ। ਜਿੱਡਾ ਵੱਡਾ ਮਰਜੀ ਗੁਨਾਹਗਾਰ ਹੋਵੇ, ਜੇ ਦਿਲੋਂ ਕਬੂਲ ਕਰਕੇ ਗੁਰੂ ਦੀ ਸ਼ਰਨ ਪੈ ਜਾਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਓਡੇ ਹੀ ਵੱਡੇ ਬਖਸ਼ੰਦ ਬਣ ਜਾਂਦੇ ਨੇ। ਮਨੁੱਖ ਜਿੰਨਾ ਵੱਡਾ ਗੁਨਾਹਗਾਰ ਹੁੰਦਾ ਹੈ, ਬਖਸ਼ਣ ਹਾਰੇ ਬਖਸ਼ ਲੈਂਦੇ ਆ, ਪਰ ਇਹ ਸ਼ਰਨ ਨਹੀਂ ਪਿਆ ਮਲੇਛ। ਪਾਪਾਂ ਨੇ ਇਹਦੀ ਮੱਤ ਤੇ ਪੜਦਾ ਪਾਇਆ ਹੋਇਆ। पातशाह के पास में चारी अनुरागा। ਫਿਰ ਵੀ ਇਹਦੇ ਮਨ 'ਚ ਇਹੀ ਖਿਆਲ ਵੀ ਮੈਂ ਬਾਦਸ਼ਾਹ ਕੋਲ ਚੁਗਲੀ ਕਰਾਂ, ਹੁਣ ਕੋਈ ਹੋਰ ਤਰੀਕਾ ਅਪਣਾਵਾਂ, ਕਿਸੇ ਨਾ ਕਿਸੇ ਤਰੀਕੇ ਕੋਈ ਹੋਰ ਵਿਉਂਤਬੰਦੀ ਘੜਾਂ। ਮਹਾਰਾਜ ਜੀ ਦੀ ਸ਼ਰਨ ਪੈ ਕੇ ਖਿਮਾ ਨਹੀਂ ਮੰਗਦਾ, ਮਾਫੀ ਨਹੀਂ ਮੰਗਦਾ ਸਤਿਗੁਰਾਂ ਦੇ ਚਰਨਾਂ 'ਚੋਂ ਕਿ ਮਹਾਰਾਜ ਮੁਆਫ ਕਰ ਦਿਓ ਮੈਨੂੰ। ਸਤਿਗੁਰੂ ਜੀ ਨੇ ਝੱਟ ਬਖਸ਼ ਲੈਣਾ ਸੀ, ਕਬੂਲ ਕਰ ਲੈਣਾ ਸੀ ਸਾਰਾ ਕੁਝ, ਰਿਸ਼ਤਾ ਵੀ ਕਬੂਲ ਕਰ ਲੈਣਾ ਸੀ ਇਹਦੀ ਲੜਕੀ ਦਾ, ਜੇ ਨੀਵਾਂ ਹੋ ਕੇ ਮਹਾਰਾਜ ਜੀ ਅੱਗੇ ਝੁਕ ਕੇ ਮਾਫੀ ਮੰਗ ਲੈਂਦਾ। ਨਾਲੇ ਸਾਰੀ ਜ਼ਿੰਦਗੀ ਦਾ ਭਾਰ ਇਹਦੇ ਕਾਲਜੇ ਤੋਂ ਲੱਥ ਜਾਂਦਾ। ਪਰ ਜਿਵੇਂ ਪਰਮੇਸ਼ਰ ਦੀ ਹੋਣੀ ਵਰਤਣੀ ਸੀ, ਉਹ ਤਾਂ ਉਦਾਂ ਹੀ ਵਰਤ ਕੇ ਰਹਿਣੀ ਹੈ ਨਾ। ਇਹਨੂੰ ਇਹੋ ਜੀ ਸਮੱਤ ਆਈ ਨਹੀਂ ਹੈ, ਪ੍ਰੇਰਨਾ ਮਿਲੀ ਨਹੀਂ ਪਰਮੇਸ਼ਰ ਵੱਲੋਂ ਹੀ, ਕੋਈ ਚਾਨਣਾ ਹੀ ਨਹੀਂ ਹੋਇਆ ਕਿ ਮੈਂ ਆਹ ਕੁਝ ਕਰਾਂ। ਸਗੋਂ ਉਲਟਾ ਹੀ ਟੁਰਦਾ, ਉਲਟਾ ਹੀ ਚੱਲਦਾ। ਜਿਵੇਂ ਗੰਦਗੀ ਦੇ ਕੀੜੇ ਨੂੰ ਕੋਈ ਬਾਹਰ ਕੱਢ ਕੇ ਧਰੇ ਨਾ, ਉਹ ਫਿਰ ਮੁੜ ਕੇ ਗੰਦਗੀ 'ਚ ਹੀ ਜਾਂਦਾ, ਉਹਨੂੰ ਗੰਦਗੀ ਭਾਉਂਦੀ ਹੈ। ਜਿਵੇਂ ਕੁੱਤੇ ਨੂੰ ਕੋਈ ਤਖਤ ਤੇ ਬਿਠਾ ਵੀ ਦੇਵੇ, ਉਹਨੇ ਫਿਰ ਵੀ ਚੱਕੀ ਚੱਟਣੀ ਹੈ, ਫਿਰ ਵੀ ਜਾ ਕੇ ਚੱਕੀ ਦੇ ਉੱਤੇ ਜਿਹੜਾ ਚੀਥੜਾ ਜਿਹਾ ਹੁੰਦਾ ਆਟੇ ਵਾਲੀ ਲੀਰ, ਉਹਨੂੰ ਜਾ ਕੇ ਜਿੱਬ ਮਾਰਨੀ ਹੁੰਦੀ ਹੈ। ਇਦਾਂ ਹੀ ਚੰਦੂ ਦੀ ਬਿਰਤੀ ਹੈ। ਹਾਲਾਂਕਿ ਬਥੇਰਾ ਇਹਨੂੰ ਸਮਝ ਆਲੇ ਦੁਆਲੇ ਬਹੁਤ ਕੁਝ ਵੇਖ ਲਿਆ, ਫਿਰ ਵੀ ਸੋਚਦਾ ਵੀ ਮੈਂ ਬਾਦਸ਼ਾਹ ਕੋਲ ਜਾ ਕੇ ਕਿਸੇ ਨਾ ਕਿਸੇ ਤਰੀਕੇ ਚੁਗਲੀ ਕਰਾਂ, ਔਰ ਚੁਗਲੀ ਕਰਕੇ ਗੁਰੂ ਅਰਜਨ ਦੇਵ ਸਾਹਿਬ ਨੂੰ ਪਕੜਾ। न भोजन बो अचते सोचत चित माई। ਚੰਦੂ ਬਹੁਤਾ ਭੋਜਨ ਨਹੀਂ ਖਾਂਦਾ, ਇਹਦੀ ਭੁੱਖ ਘਟ ਗਈ ਚਿੰਤਾ ਨਾਲ। ਹਰ ਵੇਲੇ ਜਦੋਂ ਮਹਾਰਾਜ ਜੀ ਪ੍ਰਤੀ ਦਵੈਸ਼ ਹੀ ਚਿਤਵੀ ਜਾਂਦਾ ਤੇ ਸੋਚਦਾ, ਵੈਰ ਚਿਤਵਦਾ, ਰੋਟੀ ਨਹੀਂ ਚੰਗੀ ਲੱਗਦੀ, ਕਿੱਥੇ 5-4 ਫੁਲਕੇ ਖਾਂਦਾ, ਇੱਕ ਹੀ ਰੋਟੀ ਖਾਂਦਾ, ਰੋਟੀ ਨਹੀਂ ਇਹਨੂੰ ਭਾਉਂਦੀ। निशा बिके ने नींद सुख छाती रिसदाई। ਰਾਤ ਨੂੰ ਜਦੋਂ ਮੰਜੇ ਤੇ ਪੈਂਦਾ, ਪਲੰਘੇ ਤੇ ਪੈਂਦਾ ਤੇ ਨੀਂਦ ਨਹੀਂ ਆਉਂਦੀ। ਨੀਂਦ ਤੋਂ ਬਿਨਾਂ ਸਾਰੀ ਰਾਤ ਤੜਫਦਾ ਰਹਿੰਦਾ। ਛਾਤੀ ਦੇ ਵਿੱਚ ਇਹਦੇ ਅੰਦਰ ਸਾੜਾ ਜਿਹਾ ਉੱਠੀ ਜਾਂਦਾ ਹੈ। निकट न बोलन देते हैं चिर के बहुदासा। ਤੇ ਹਰ ਵੇਲੇ ਜਦੋਂ ਚਿੰਤਾ 'ਚ, ਜਦੋਂ ਬੰਦਾ ਬਹੁਤ ਜ਼ਿਆਦਾ ਫਿਕਰ ਵਿੱਚ ਹੁੰਦਾ, ਚਿੰਤਾ 'ਚ ਹੁੰਦਾ ਨਾ, ਤੇ ਲਾਗੇ ਜੇ ਕੋਈ ਮਾੜਾ ਮੋਟਾ ਉੱਚਾ ਬੋਲੇ ਤੇ ਫਿਰ ਉਹਨੂੰ ਚੰਗਾ ਨਹੀਂ ਲੱਗਦਾ। ਆਪਣੇ ਦਾਸਾਂ ਨੂੰ, ਨੌਕਰਾਂ ਨੂੰ ਝਿੜਕਦਾ, ਚਲੋ ਇੱਥੋਂ ਨਿਕਲ ਜਾਓ, ਬੋਲੋ ਨਾ ਮੇਰੇ ਪਾਸ, ਕਿਸੇ ਤਰ੍ਹਾਂ ਦੀ ਗੱਲ ਨਾ ਕਰੋ। ਇਦਾਂ ਉਹਨਾਂ ਨੂੰ ਝਿੜਕ ਦਿੰਦਾ ਆਪਣੇ ਨੇੜੇ, ਕਿਉਂਕਿ ਇਹਦੇ ਆਪਣੇ ਅੰਦਰ ਹੀ ਇੰਨਾ ਜ਼ਿਆਦਾ ਸ਼ੋਰ ਪਿਆ ਹੋਇਆ ਕਿ ਹੋਰ ਸ਼ੋਰ ਇਹਨੂੰ ਬਰਦਾਸ਼ਤ ਹੀ ਨਹੀਂ ਹੁੰਦਾ। ਜਦੋਂ ਇਹਦੇ ਚੇਲੇ ਚਾਟੜੇ ਕਿਤੇ ਆ ਕੇ ਕੋਈ ਗੱਲਬਾਤ ਕਰਦੇ ਜੀ, ਆਪਸ ਵਿੱਚ ਉਹ ਬੋਲਦੇ ਵੀ ਹੁੰਦੇ, ਤੇ ਇੰਨਾ ਚਿੜਚਿੜਾ ਹੋ ਗਿਆ ਕਿ ਉਹਨਾਂ ਨੂੰ ਤਾੜ ਦਿੰਦਾ, ਗੁੱਸੇ ਵਿੱਚ ਭਜਾ ਦਿੰਦਾ ਹੈ। न सुखाए किसको कहो रे ਮੋਨ ਆਵਾਸਾ। ਕਿਸੇ ਦਾ ਕਹਿਣਾ ਇਹਨੂੰ ਸੁਖਾਉਂਦਾ ਹੀ ਨਹੀਂ। ਜੇ ਕੋਈ ਗੱਲਬਾਤ ਕਰਦਾ ਵੀ ਦੀਵਾਨ ਜੀ ਕੀ ਗੱਲ ਹੈ, ਪਰ ਇਹ ਸੁਣਦਾ ਹੀ ਨਹੀਂ, ਕਹਿੰਦਾ ਚੁੱਪ ਕਰਕੇ ਚਲੇ ਜਾਓ, ਇੱਥੋਂ ਮੇਰੇ ਕੋਲ ਨਾ ਗੱਲ ਕਰੋ। ਇਦਾਂ ਬਹੁਤਾ ਸਮਾਂ ਆਪਣੇ ਘਰ 'ਚ ਹੀ ਰਹਿੰਦਾ। ਹੁਣ ਜਿਹੜੇ ਕੰਮਕਾਰ ਨੇ, ਦੀਵਾਨ ਜੋ ਹੋਇਆ, ਉਧਰ ਵੀ ਇਹਦਾ ਧਿਆਨ ਨਹੀਂ ਲੱਗਦਾ, ਉਧਰ ਵੀ ਇਹਦੀ ਰੁਚੀ ਨਹੀਂ ਲੱਗਦੀ। चितवत चिंता चित बिकै
ਬੋ ਯਤਨ ਬਣਾਵੇ। ਮਨ ਵਿੱਚ ਕਈ ਤਰ੍ਹਾਂ ਦੀ ਚਿੰਤਾ ਦੇ ਸਹਿਤ ਫਿਕਰਾਂ ਨੂੰ, ਚਿੰਤਾਵਾਂ ਨੂੰ, ਗਟੀਆਂ ਨੂੰ ਗਿਣੀ ਜਾਂਦਾ। ਕਈ ਤਰ੍ਹਾਂ ਦੀਆਂ ਗਿਣਤੀਆਂ ਗਿਣਦਾ, ਇਦਾਂ ਹੋਵੇ, ਇਦਾਂ ਕਰਾਂ, ਇਦਾਂ ਕਰ ਲਵਾਂ ਤਾਂ ਇਦਾਂ ਹੋ ਜਾਏ। ਇਦਾਂ ਪਤਾ ਨਹੀਂ ਕਿੰਨੀਆਂ ਕੁ ਗਿਣਤੀਆਂ ਚਿੰਤਾ ਦੇ ਨਾਲ ਇਹ ਆਪਣੇ ਮਨ ਵਿੱਚ ਗਿਣਦਾ ਚਲਿਆ ਜਾਂਦਾ ਹੈ। ਇੱਕ ਗਿਣਤੀ ਉਰ ਚੜਤੇ ਇੱਕ ਕਰ ਉਤਰਾਵੇ। ਇੱਕ ਗਟੀ ਚੜਦੀ ਆ ਮਨ 'ਚ, ਇੱਕ ਉਤਰ ਜਾਂਦੀ ਹੈ। ਸੋਚਦਾ ਵੀ ਇਦਾਂ ਕਰਾਂ, ਫਿਰ ਕਹਿੰਦਾ ਨਹੀਂ ਇਦਾਂ ਨਹੀਂ ਠੀਕ ਰਹਿਣਾ। ਇਦਾਂ ਸਾਰਾ ਦਿਨ ਤੇ ਸਾਰੀ ਰਾਤ ਚਿੰਤਾ ਦੇ ਸਮਾਨ ਦੁਨੀਆ ਦੇ ਵਿੱਚ ਚਿਖਾ ਕੋਈ ਨਹੀਂ। ਚਿੰਤਾ ਤੇ ਚਿਤਾ 'ਚ ਕੋਈ ਬਹੁਤਾ ਫਰਕ ਨਹੀਂ। ਉੱਤੇ ਟਿੱਪੀ ਲੱਗੀ ਹੋਈ ਹੈ ਤੇ ਚਿੰਤਾ, ਜੇ ਟਿੱਪੀ ਲਾ ਦੇ ਉੱਤੇ ਚਿਤਾ ਹੈ। ਚਿੰਤਾ ਵੀ ਸਾੜਦੀ ਹੈ ਤੇ ਚਿਤਾ ਵੀ ਸਾੜਦੀ ਹੈ। ਤੋ ਬੜਾ ਵੱਡਾ ਇਹ ਦੁਸ਼ਮਣ ਹੈ ਚਿੰਤਾ। ਚਿਖਾ ਸਮਾਨ ਕਹੀ ਹੈ ਸਿਆਣਿਆਂ ਨੇ ਕਿ ਚਿੰਤਾ ਚਿਖਾ ਸਮਾਨ ਹੈ। ਤੋ ਰਾਤ ਦਿਨ ਚਿਖਾ ਦੇ ਉੱਤੇ ਧੁਖਦਾ ਹੀ ਰਹਿੰਦਾ, ਸੜਦਾ ਹੀ ਰਹਿੰਦਾ ਚੰਦੂ। ਮਨ 'ਚ ਕਈ ਤਰ੍ਹਾਂ ਦੀਆਂ ਗਿਣਤੀਆਂ ਗਿਣਦਾ ਰਹਿੰਦਾ ਹੈ। ਸ਼ਾਹ ਸੁਨੇ ਸਭ ਬਾਤ ਕੋ ਨਿਸ਼ਚੇ ਨ ਕਰੰਤਾ। ਬਾਦਸ਼ਾਹ ਸਾਰੀਆਂ ਗੱਲਾਂ ਬਾਤਾਂ ਸੁਣਦਾ ਵੀ ਹੈ ਪਰ ਉਹ ਨਿਸ਼ਚਾ ਨਹੀਂ ਕਰਦਾ। ਇਹ ਸੋਚਦਾ ਹੈ ਕਿ ਬਾਦਸ਼ਾਹ ਨੂੰ ਬਥੇਰੀਆਂ ਉਂਗਲਾਂ ਲਾਈਆਂ ਨੇ, ਬਥੇਰੀਆਂ ਚੁਗਲੀਆਂ ਕੀਤੀਆਂ ਨੇ, ਉਹ ਮੰਨਦਾ ਹੀ ਨਹੀਂ ਹੈ। ਗੁਰੂ ਅਰਜਨ ਦੇਵ ਸਾਹਿਬ ਦੇ ਖਿਲਾਫ ਬਾਦਸ਼ਾਹ ਭੁਗਤਦਾ ਨਹੀਂ। ਹਿਰਦੇ ਅਦਾਇਬ ਰਾਖ ਕਰ ਸੰਸੈ ਉਪਜੰਤਾ। ਹਿਰਦੇ ਵਿੱਚ ਬਾਦਸ਼ਾਹ ਦੇ ਪ੍ਰਤੀ ਸੰਸਾ ਰੱਖ ਕੇ ਨਾ ਬਾਹਰੋਂ ਅਦਬ ਕਰਦਾ। ਮਨ ਵਿੱਚ ਸੋਚਦਾ ਹੈ, ਕੁੜਦਾ ਵੀ ਮੰਨਦਾ ਨਹੀਂ ਮੇਰੀ ਗੱਲ ਬਾਦਸ਼ਾਹ। ਉੱਤੋਂ ਅਦਬ ਕਰਦਾ ਪਰ ਮਨ ਵਿੱਚ ਕਿਰਜਦਾ ਹੈ। ਹੁਕਮ ਨਹੀਂ ਕੁਛ ਦੇਤੇ ਗੈ ਲਿਓ ਕੇ ਹਕਾਰੂ। ਕਿ ਬਾਦਸ਼ਾਹ ਕੋਈ ਹੁਕਮ ਜਾਰੀ ਨਹੀਂ ਕਰਦਾ ਗੁਰੂ ਸਾਹਿਬ ਦੇ ਖਿਲਾਫ, ਨਾ ਉਹਨਾਂ ਨੂੰ ਪਕੜਨ ਦਾ ਕੋਈ ਹੁਕਮ ਕਰਦਾ, ਨਾ ਉਹਨਾਂ ਨੂੰ ਆਪਣੇ ਕੋਲ ਕੋਈ ਬੁਲਾਉਣ ਦੀ ਹਦਾਇਤ ਕਰਦਾ ਹੈ। ਕਈ ਬੇਰ ਕੀਨੋ ਯਤਨ ਇਤ ਉਤ ਹੋਏ ਟਾਰੂ। ਚੰਦੂ ਕਈ ਵੇਰੀ ਗੱਲ ਕਰਦਾ ਪਰ ਬਾਦਸ਼ਾਹ ਟਾਲਾ ਕਰ ਜਾਂਦਾ। ਕਈ ਵੇਰੀ ਜਦੋਂ ਇਹ ਬਾਦਸ਼ਾਹ ਦੀ ਕਚਹਿਰੀ 'ਚ ਜਾਂਦਾ, ਗੱਲਬਾਤ ਕਰਦਾ ਤੇ ਬਾਦਸ਼ਾਹ ਟਾਲਾ ਕਰ ਦਿੰਦਾ, ਉਹ ਅੱਗੋਂ ਇਹਦਾ ਜਵਾਬ ਹੀ ਨਹੀਂ ਦਿੰਦਾ। ਇਤਿਆਦਿਕ ਪਾਪਾਤਮਾ ਗਿਣਤੀ ਉਰ ਲਿਆਵੇ। ਹੁਣ ਮਨ ਹੀ ਮਨ ਗਿਣਤੀਆਂ ਗਿਣੀ ਜਾਂਦਾ ਵੀ ਕੀ ਕਰਾਂ। ਪਾਪੀ ਆਤਮਾ ਹੈ ਨਾ, ਤੇ ਪਾਪੀ ਆਤਮਾ ਦੇ ਅੰਦਰ ਪਾਪ ਹੀ ਚਿਤਵਣੇ ਨੇ ਸਦਾ। ਪਾਪ ਬੁਰਾ ਪਾਪੀ ਕੋ ਪਿਆਰਾ, ਪਾਪ ਲੱਦੇ ਪਾਪੇ ਪਾਸਾਰਾ। ਜਿਹੜਾ ਬੰਦਾ ਪਾਪੀ ਹੈ ਨਾ, ਉਹਨੂੰ ਪਾਪ ਪਿਆਰਾ ਲੱਗਦਾ ਹੈ। ਉਹਨੇ ਤਾਂ ਜ਼ਿੰਦਗੀ ਪਾਪ ਹੀ ਲੱਦਣੇ ਨੇ ਆਪਣੇ ਅੰਦਰ, ਪਾਪਾਂ ਦੇ ਗੱਡੇ ਹੀ ਲੱਦਣੇ ਆ ਤੇ ਪਸਾਰਾ ਵੀ ਪਾਪਾਂ ਦਾ ਹੀ ਕਰਨਾ। ਯਾਨੀ ਕਿ ਆਪ ਤਾਂ ਕਰਨਾ, ਦੂਜਿਆਂ ਨੂੰ ਵੀ ਕਹਿਣਾ ਤੁਸੀਂ ਕਰੋ। ਪਾਪ ਲੱਦੇ, ਆਪ ਤਾਂ ਪਾਪ ਲੱਦਣੇ ਹੀ ਆ ਤੇ ਦੂਜਿਆਂ ਨੂੰ ਵੀ ਕਹਿਣਾ ਪਾਪੇ ਪਸਾਰਾ ਵੀ ਤੁਸੀਂ ਵੀ ਸ਼ਰਾਬ ਪੀਓ, ਤੁਸੀਂ ਵੀ ਆਹ ਮਾੜਾ ਕੰਮ ਕਰਿਆ ਕਰੋ, ਅਸੀਂ ਤਾਂ ਕਰਦੇ ਆ। ਇਦਾਂ ਦੇ ਹੁੰਦੇ ਪਾਪੀ। ਪਾਪੀ ਨੇ ਆਪ ਪਾਪ ਕਰਨਾ ਤੇ ਦੂਜਿਆਂ ਨੂੰ ਵੀ ਪਾਪ ਕਰਨ ਦੀ ਪ੍ਰੇਰਨਾ ਕਰਨੀ ਹੁੰਦੀ। ਉਹਨੇ ਆਪਣੇ ਆਲੇ ਦੁਆਲੇ ਔਰਾ ਹੀ ਇਹੋ ਜਿਹਾ ਬਣਾ ਲੈਣਾ ਆਪਣੇ ਕਿ ਜਿਹੋ ਜਿਹਾ ਆਪ ਆ ਉਹਨੇ ਉਦਾਂ ਦੇ ਵਰਤਾਰੇ ਦੇ ਲੋਕ ਆਪਣੇ ਆਲੇ ਦੁਆਲੇ ਦੇ ਬਣਾਈ ਜਾਣੇ ਨੇ। ਇਸ ਕਰਕੇ ਪਾਤਸ਼ਾਹ ਨੇ ਗੁਰਬਾਣੀ 'ਚ ਬਾਰੰਬਾਰ ਸਾਨੂੰ ਹੁਕਮ ਕੀਤਾ ਵੀ ਸਾਖਤ ਨੂੰ ਦੂਰੋਂ ਵੇਖ ਕੇ ਕਿਨਾਰਾ ਕਰ ਜਾਓ। ਜੇ ਪਤਾ ਤੁਹਾਨੂੰ ਵੀ ਇਹ ਸਾਖਤ ਹੈ, ਪਾਪੀ ਹੈ, ਤਾਂ ਉਹਦੇ ਤੋਂ ਕਿਨਾਰਾ ਕਰਕੇ ਪਾਸਾ ਵੱਟ ਲਓ, ਉਹਦੇ ਕੋਲ ਜਾਣ ਦੀ ਲੋੜ ਨਹੀਂ। ਕਿਉਂਕਿ ਸਾਡੇ ਕੋਲ ਇੰਨੀ ਤਾਕਤ ਨਹੀਂ ਹੈ ਕਿ ਅਸੀਂ ਕਿਸੇ ਸਾਖਤ ਦਾ, ਕਿਸੇ ਪਾਪੀ ਦਾ ਜੀਵਨ ਬਦਲ ਸਕੀਏ। ਸਾਡੇ ਕੋਲ ਇੰਨਾ ਤਾਣ ਨਹੀਂ ਨਾ ਹੈ ਕਿ ਬਦਲ ਸਕੀਏ। ਸਤਿਗੁਰੂ ਨਾਲੇ ਜੇ ਪੂਰਬਲੇ ਜਨਮ ਦਾ ਕੋਈ ਉਹਦਾ ਭਾਗ ਹੋਵੇਗਾ ਉਹਨੇ ਤਾਂ ਬਦਲਣਾ। ਜੇ ਕੋਈ ਪੂਰਬਲੇ ਜਨਮ ਦਾ ਭਾਗ ਹੀ ਨਾ ਹੋਵੇ ਚੰਗਾ, ਫਿਰ ਉਹਨੇ ਬਦਲਣਾ ਨਹੀਂ। ਭਾਵੇਂ ਬ੍ਰਹਮਾ ਜੀ ਆ ਕੇ ਖੁਦ ਉਹਨੂੰ ਸਮਝਾਉਣ ਲੱਗ ਪੈਣ ਨਾ ਵੇਦ ਫੜ ਕੇ, ਉਹਨੇ ਫਿਰ ਵੀ ਨਹੀਂ ਸਮਝਣਾ। ਅੰਨੇ ਬੰਦੇ ਦੇ ਸਾਹਮਣੇ ਸ਼ੀਸ਼ਾ ਧਰ ਕੇ ਵੀ ਉਹਨੂੰ ਸ਼ਕਲ ਵਿਖਾਓ, ਉਹਨੂੰ ਨਹੀਂ ਨਜ਼ਰ ਆਉਣੀ। ਭਾਵੇਂ ਸੈਂਕੜੇ ਸ਼ੀਸ਼ੇ ਉਹਦੇ ਮੂਹਰੇ ਧਰ ਦਿਓ, ਉਹਨੂੰ ਦਿਸਣਾ ਹੀ ਨਹੀਂ ਹੈ, ਅੱਖਾਂ ਜੋ ਨਹੀਂ ਹਨ ਉਹਦੀਆਂ। ਤੋ ਇਸੇ ਤਰ੍ਹਾਂ ਇਹ ਹਰ ਵੇਲੇ ਹੀ ਪਾਪ ਚਿਤਵਦਾ ਚੰਦੂ। ਮਨ ਹੀ ਮਨ ਪਾਪ ਕਰਕੇ ਪਾਪੀ ਆਤਮਾ ਤੇ ਪਾਪ ਹੀ ਲਿਆਉਂਦਾ ਹਿਰਦੇ 'ਚ। ਸਵਾਸ ਉਸਾਰ ਬਿਸੂਰ ਤੋ ਕਬਹੂ ਨਾ ਬਿਸਰਾਵੇ। ਛਾਤੀ 'ਚ ਲੰਮਾ ਜਿਹਾ ਹੌਕਾ ਭਰਦਾ। ਜਦੋਂ ਬਹੁਤ ਜ਼ਿਆਦਾ ਫਿਕਰ ਹੁੰਦਾ ਨਾ, ਫਿਰ ਲੰਮਾ ਜਿਹਾ ਸਾਹ ਲੈ ਕੇ ਹੌਕੇ ਜੇ ਭਰਦਾ ਰਹਿੰਦਾ ਸਾਰਾ ਦਿਨ।
ਤੇ ਮਨ ਹੀ ਮਨ ਬਹੁਤ ਜ਼ਿਆਦਾ ਝੂਰਦਾ ਹੈ। ਹਰ ਸਰ ਸਮਸਰ ਤਰਕ ਉਰ ਗੱਡ ਗੱਡਿਓ ਸੋ ਗਾਡੋ। ਜਿਵੇਂ ਕੋਈ ਤਿੱਖਾ ਤੀਰ ਕਾਲਜੇ 'ਚ ਗੱਡਿਆ ਗਿਆ ਹੋਵੇ ਨਾ, ਵੀ ਵਿੱਚੇ ਹੀ ਉਹ ਜਿਵੇਂ ਕੋਈ ਤੀਰ ਵਿੱਚ ਹੀ ਲੱਗਾ ਹੋਵੇ ਤੇ ਉਹ ਕੜਕਦਾ ਨਹੀਂ ਰਹਿੰਦਾ, ਬਹੁਤ ਜ਼ਿਆਦਾ ਸੁਲਗਦਾ ਰਹਿੰਦਾ ਅੰਦਰ ਹੀ ਅੰਦਰ। ਕਹਿੰਦੇ ਇਸੇ ਤਰ੍ਹਾਂ ਇਹਦੇ ਅੰਦਰ ਮੰਨੋ ਜਿਵੇਂ ਤੀਰ ਖੁੱਭ ਗਿਆ ਚਿੱਤ ਦੇ ਵਿੱਚ, ਹਿਰਦੇ ਦੇ ਵਿੱਚ, ਤੇ ਉਹਦੀ ਕਰਕ, ਉਹ ਤਿੱਖੇ ਤੀਰ ਵੱਤ ਜਿਹੜੀ ਭਿਆਨਕ ਪੀੜਾ ਹੁੰਦੀ ਹੈ, ਉਹ ਪੀੜਾ ਇਹਦੇ ਅੰਦਰ ਉੱਠਦੀ ਰਹਿੰਦੀ ਆ ਹਰ ਵੇਲੇ। ਚਿੰਤਾ ਸਲਤਾ ਮੈਂ ਬੈਤ ਦੁਖ ਜਲ ਬੋ ਬਾਡੋ। ਚਿੰਤਾ ਦੀ ਨਹਿਰ 'ਚ ਰੁੜਦਾ ਹੀ ਜਾਂਦਾ ਹੈ, ਰੁੜਦਾ ਹੀ ਜਾਂਦਾ ਚੰਦੂ, ਰੁਕਦਾ ਹੀ ਨਹੀਂ ਹੈ। ਤੇ ਚਿੰਤਾ ਦੀ ਇਸ ਨਹਿਰ ਦੇ ਵਿੱਚ ਦੁੱਖਾਂ ਦਾ ਪਾਣੀ ਵੱਧਦਾ ਹੀ ਜਾ ਰਿਹਾ ਹੈ। ਚਿੰਤਾ ਦੀ ਨਦੀ ਹੈ ਔਰ ਉਹਦੇ 'ਚ ਦੁੱਖ ਦਾ ਪਾਣੀ ਹੈ, ਔਰ ਉਹ ਦੁੱਖ ਦਾ ਪਾਣੀ, ਦੁੱਖ ਦਾ ਜਲ ਉਸ ਚਿੰਤਾ ਦੀ ਨਦੀ ਵਿੱਚ ਵਹਿੰਦਾ ਹੀ, ਭਰਦਾ ਹੀ ਜਾ ਰਿਹਾ, ਔਰ ਉਹਦੇ ਵਿੱਚ ਚੰਦੂ ਰੁੜਦਾ ਹੀ ਜਾਂਦਾ, ਜਿਹਨੂੰ ਕੋਈ ਕਿਨਾਰਾ ਨਹੀਂ ਲੱਭਦਾ, ਕੋਈ ਆਸਰਾ ਨਹੀਂ ਮਿਲਦਾ ਵੀ ਕਿਤੇ ਟਿਕ ਜਾਏ, ਰੁੜਦਾ ਹੀ ਚਲਿਆ ਜਾ ਰਿਹਾ ਹੈ। ਇੱਕ ਦਿਨ ਗਮਨਿਓ ਸ਼ਾਹ ਟਿਗ ਬਹੁ ਬਾਤ ਸੁਨਾਈ। ਕਈ ਦਿਨ ਤਾਂ ਘਰੋਂ ਹੀ ਨਹੀਂ ਨਿਕਲਿਆ, ਮੰਜੇ ਤੇ ਪਿਆ ਰਹਿੰਦਾ। ਫਿਰ ਆਖਰਕਾਰ ਇੱਕ ਦਿਨ ਹੌਸਲਾ ਜਿਹਾ ਕੀਤਾ, ਇਹ ਉੱਠ ਕੇ ਬਾਦਸ਼ਾਹ ਦੀ ਕਚਹਿਰੀ 'ਚ ਗਿਆ ਤੇ ਜਾ ਕੇ ਬਾਦਸ਼ਾਹ ਨੂੰ ਗੱਲਬਾਤ ਕਰਕੇ ਸੁਣਾਈ ਗੱਲ। ਪ੍ਰਥਮ ਪਏ ਪਤਸ਼ਾਹ ਜੇ ਤਿਨ ਕੀ ਵਡਿਆਈ। ਜਾ ਕੇ ਬੋਲਿਆ, ਕਹਿਣ ਲੱਗਾ ਬਾਦਸ਼ਾਹ ਸਲਾਮਤ, ਜਿਹੜੇ ਤੁਹਾਡੇ ਤੋਂ ਪਹਿਲਾਂ ਵੱਡੇ ਬਾਦਸ਼ਾਹ ਹੋਏ ਨੇ, ਚਾਹੇ ਅਕਬਰ ਸੀ, ਚਾਹੇ ਉਹ ਹਮਾਯੂ ਸੀ, ਚਾਹੇ ਉਹ ਬਾਬਰ ਸੀ, ਉਹਨਾਂ ਦੀ ਬੜੀ ਵੱਡੀ ਵਡਿਆਈ ਇਹ ਸੰਸਾਰ ਦੇ ਵਿੱਚ ਪ੍ਰਗਟ ਹੈ। ਨਿਜ ਦਿਸ ਜਾਣਿਓ ਰੁਖ ਅਧਿਕ ਬੋਲਿਓ ਕਰ ਜੋਰੇ। ਇਹਨੇ ਬੜੀ ਵਡਿਆਈ ਕੀਤੀ ਵੱਡਿਆਂ ਦੀ। ਫਿਰ ਇਹਨੇ ਵੇਖਿਆ ਵੀ ਹੁਣ ਬਾਦਸ਼ਾਹ ਨੇ ਮੇਰੇ ਵੱਲ ਰੁਖ ਕਰ ਲਿਆ, ਵੀ ਮੇਰੇ ਗੱਲਾਂ ਵੱਲ ਹੁਣ ਧਿਆਨ ਦੇਣ ਲੱਗ ਪਿਆ। ਫਿਰ ਇਹ ਬੋਲਿਆ, ਹਜ਼ਰਤ ਜੀ ਪ੍ਰਿਥਿਆ ਗੁਰੂ ਤਨ ਪ੍ਰਾਨ ਵਿਛੋਰੇ। ਕਹਿਣ ਲੱਗਾ, ਜਾਂ ਪਨਾ ਮੈਂ ਪਿੱਛੇ ਜੀ ਤੁਹਾਡੇ ਨਾਲ ਗੱਲ ਛੇੜੀ ਸੀ ਬਾਬੇ ਪ੍ਰਿਥੀ ਚੰਦ ਦੀ, ਤੇ ਉਹ ਆ ਰਿਹਾ ਸੀ ਤੁਹਾਨੂੰ ਮਿਲਣ ਲਈ, ਤੇ ਆ ਨੇੜੇ ਹੀ ਲਾਹੌਰ ਸ਼ਹਿਰ ਦੇ ਹੇਹਰ ਪਿੰਡ ਹੈ, ਉੱਥੇ ਬਾਬੇ ਪ੍ਰਿਥੀ ਚੰਦ ਨੇ ਤਨ ਤਿਆਗ ਦਿੱਤਾ, ਉਹਦੇ ਪ੍ਰਾਣ ਸਰੀਰ ਚੋਂ ਨਿਕਲ ਗਏ ਹਨ। ਗਾਦੀ ਸ਼੍ਰੀ ਨਾਨਕ ਹੋਤੀ ਸ਼ੁਭ ਰੀਤ ਚਲਾਈ। ਗੁਰੂ ਨਾਨਕ ਸਾਹਿਬ ਦੀ ਗੱਦੀ ਦਾ ਉਹ ਮਾਲਕ ਸੀ। ਇਹਨੇ ਇਦਾਂ ਹੀ ਗੱਲ ਕੀਤੀ ਕਿ ਬਾਬਾ ਪ੍ਰਿਥੀ ਚੰਦ ਉਹ ਗੁਰੂ ਨਾਨਕ ਸਾਹਿਬ ਦੀ ਗੱਦੀ ਦਾ ਮਾਲਕ ਸੀ, ਉਹਨੇ ਬੜੀ ਸ਼ੁਭ ਰੀਤੀ ਨਾਲ ਪ੍ਰਚਾਰ ਪ੍ਰਸਾਰ ਕੀਤਾ। ਮਤੋ ਸੰਤ ਚਿਤ ਸ਼ਾਂਤ ਜੁਤ ਅਤਮਤ ਚਤੁਰਾਈ। ਬਾਬਾ ਪ੍ਰਿਥੀ ਚੰਦ ਜੀ ਬੜੇ ਸ਼ਾਂਤ ਮਤੇ ਵਾਲੇ ਬੜੇ ਹੀ ਮਹਾਂਪੁਰਖ ਸੀ, ਬੜੇ ਮਹਾਨ ਸੰਤ ਸੀ। ਚੰਦੂ ਉਪਮਾ ਕਰਦਾ ਬਾਬੇ ਪ੍ਰਿਥੀ ਚੰਦ ਦੀ। ਕਹਿਣ ਲੱਗਾ ਜੀ ਮਤੋ ਸੰਤ, ਉਹਨਾਂ ਦਾ ਜਿਹੜਾ ਮਤਾ ਸੀ ਉਹ ਸੰਤਾਂ ਵਾਲਾ ਸੀ। ਚਿਤ ਸ਼ਾਂਤ ਜੁਤ, ਉਹਨਾਂ ਦਾ ਚਿੱਤ ਬੜਾ ਸ਼ਾਂਤ ਸੀ। ਆਤਮਤ ਚਤੁਰਾਈ, ਉਹਨਾਂ ਦੀ ਮਤ ਬੜੀ ਤੇਜ਼ ਸੀ, ਬੜੀ ਤੇਜ਼ ਦਿਮਾਗ ਵਾਲੀ, ਉਹ ਤੇਜ਼ ਬਿਰਤੀ ਦੇ ਮਾਲਕ ਸਨ। ਸਿੱਖੀ ਦੇਸ਼ ਅਨੇਕਨ ਕੀ ਪਗ ਪੂਜਨ ਆਵੇ। ਅਨੇਕ ਦੇਸ਼ਾਂ ਦੀ ਸਿੱਖੀ ਉਹਨਾਂ ਦੇ ਚਰਨ ਪੂਜਣ ਆਉਂਦੀ ਸੀ। ਇੰਨੀ ਪੂਜਾ ਸੀ ਬਾਬੇ ਪ੍ਰਿਥੀ ਚੰਦ ਦੀ ਵੀ ਵਾਰੀ ਨਹੀਂ ਸੀ ਆਉਂਦੀ ਮੱਥਾ ਟੇਕਣ ਵਾਲਿਆਂ ਦੀ। ਇੰਨੇ ਲੋਕ ਉਹਨੂੰ ਆ ਕੇ ਪੂਜਦੇ ਸੀ। ਇਹ ਨਹੀਂ ਸੀ ਪਤਾ ਚੰਦੂ ਨੂੰ ਜਿਹੋ ਜੀਆਂ ਗੱਲਾਂ ਬਣਾਉਂਦਾ ਵੀ ਬਾਬਾ ਜੀ ਤਾਂ ਬੈਠੇ ਰਹਿੰਦੇ ਸਵੇਰ ਤੋਂ ਲੈ ਕੇ ਦਰਵਾਜ਼ੇ ਵੱਲ ਨਿਗਾਹ ਮਾਰੀ ਜਾਂਦੇ, ਕਿਤੇ ਹਫ਼ਤੇ 'ਚ 2-4 ਜੀ ਦਿਸ ਪੈਂਦੇ, ਉਡੀਕਦੇ ਰਹਿੰਦਾ ਵੀ ਕੋਈ ਨਾ ਕੋਈ ਆਵੇਗਾ ਮੱਥਾ ਟੇਕਣ। ਕਹਿੰਦਾ ਜੀ ਉਹਨਾਂ ਨੂੰ ਤਾਂ ਵਾਰੀ ਨਹੀਂ ਸੀ ਆਉਂਦੀ। ਇੰਨੇ ਲੋਕ ਉਹਨਾਂ ਨੂੰ ਆ ਕੇ ਮੱਥਾ ਟੇਕਦੇ, ਸਿੱਖ ਆ ਕੇ ਉਹਨਾਂ ਨੂੰ ਪੂਜਦੇ। ਇਹਨੂੰ ਕਹਿੰਦੇ ਆ ਪੀਰ ਨਹੀਂ ਉੱਡਦੇ ਮੁਰੀਦ ਉਡਾਇਆ ਕਰਦੇ। ਕਹਾਵਤ ਹੈ ਨਾ ਵੀ ਪੀਰ ਨਹੀਂ ਉੱਡਦੇ ਮੁਰੀਦ ਉਡਾਉਂਦੇ ਆ। ਪੀਰ ਨੂੰ ਤਾਂ ਆਉਂਦਾ ਨਹੀਂ ਉੱਡਣਾ। ਅੱਗੇ ਜਿਹੜੇ ਚੇਲੇ ਚਾਟੜੇ ਹੁੰਦੇ ਕਹਿੰਦੇ ਸਾਡੇ ਪੀਰ ਜੀ ਤਾਂ ਉੱਡ ਕੇ ਫਲਾਣੀ ਥਾਂ ਤੇ ਚਲੇ ਜਾਂਦੇ, ਉੱਥੋਂ ਆਹ ਕੰਮ ਕਰ ਦਿੰਦੇ, ਉੱਥੇ ਆਹ ਕਰ ਦਿੰਦੇ। ਮੁਰੀਦ ਉਡਾ ਦਿੰਦੇ ਹੁੰਦੇ ਗੱਲਾਂ ਗੱਲਾਂ ਦੇ ਨਾਲ। ਤੇ ਚੰਦੂ ਹੁਣ ਉਡਾ ਰਿਹਾ ਬਾਬੇ ਪ੍ਰਿਥੀ ਚੰਦ ਨੂੰ। ਕਹਿੰਦਾ ਜੀ ਵਾਰੀ ਨਹੀਂ ਸੀ ਆਉਂਦੀ ਉਹਨਾਂ ਕੋਲ ਮੱਥਾ ਟੇਕਣ ਵਾਲਿਆਂ ਦੀ, ਇੰਨੇ ਲੋਕ ਉਹਨਾਂ ਦੇ ਦਰਸ਼ਨਾਂ ਨੂੰ ਆਉਂਦੇ ਸਨ। ਅਨਿਕ ਅਕੂਰਨ ਆਨ ਕੈ ਤਨ ਕੋ ਅਰ ਪਾਵੇ। ਅਨੇਕ ਤਰ੍ਹਾਂ ਦੀਆਂ ਭਟਾਵਾਂ ਲਿਆ ਕੇ ਲੋਕ ਉਹਨਾਂ ਦੇ ਚਰਨਾਂ ਚਰਪਦੇ ਸੀ, ਮਾਇਆ
ਕਿਉਂਕਿ ਰਾਜਨੀਤਿਕ ਲੋਕਾਂ ਨੇ ਵੇਖਣਾ ਹੁੰਦਾ ਵੀ ਕਿਹਦੇ ਨਾਲ ਵੱਧ ਪਬਲਿਕ ਜੁੜੀ ਹੈ, ਕਿਹਦੇ ਨਾਲ ਵੱਧ ਦੁਨੀਆ, ਉਹਨਾਂ ਨੂੰ ਧਰਮ ਨਾਲ ਕੋਈ ਵਾਹ ਵਾਸਤਾ ਨਹੀਂ ਹੁੰਦਾ। ਰਾਜਨੀਤਿਕਾਂ ਨੇ ਵੇਖਣਾ ਹੁੰਦਾ ਵੀ ਵੱਧ ਲੋਕ ਕਿਹਦੇ ਨਾਲ ਜੁੜੇ ਨੇ, ਕਿ ਜੇ ਉਹਨੂੰ ਅਸੀਂ ਸਨਮਾਨ ਦੇਾਂਗੇ ਤੇ ਸਾਡੀਆਂ ਵੋਟਾਂ ਜਾਂ ਸਾਡੀ ਪ੍ਰਤਿਸ਼ਠਾ, ਅੱਜ ਕੱਲ ਚਲੋ ਵੋਟਾਂ ਦੀ ਗਵਾਤ ਆ, ਉਦੋਂ ਵੀ ਇਹ ਬਿਰਤੀ ਸੀ ਵੀ ਸਾਨੂੰ ਜ਼ਿਆਦਾ ਸਿੰਪਤੀ ਉਧਰੋਂ ਮਿਲੇਗੀ ਜਿੱਧਰ ਜ਼ਿਆਦਾ ਲੋਕ ਹੋਣਗੇ। ਭਾਵੇਂ ਕਿ ਬਾਦਸ਼ਾਹ ਉਦੋਂ ਵੋਟਾਂ ਨਾਲ ਨਹੀਂ ਸੀ ਬਣਦੇ, ਪਰ ਬਿਰਤੀ ਤਾਂ ਸੀ ਨਾ ਉਹੋ ਜੀ, ਝੁਕਾ ਤਾਂ ਫਿਰ ਵੀ ਉਸ ਪਾਸੇ ਸੀ। ਤੋ ਚੰਦੂ ਉਸੇ ਸਕੀਮ ਦੇ ਤਹਿਤ ਵਧਾ ਚੜਾ ਕੇ ਦੱਸ ਰਿਹਾ ਵੀ ਬੜੀ ਦੁਨੀਆ ਆਉਂਦੀ ਜੀ ਉਹਨਾਂ ਦੇ ਪਾਸ, ਬੜੇ ਲੋਕ ਆ ਕੇ ਉਹਨਾਂ ਦੇ ਕੋਲ ਭਿਟਾਵਾਂ ਅਰਪਣ ਕਰਦੇ ਹਨ। ਅਨੁਜ ਨਾਮ ਅਰਜਨ ਆਏ ਮਨ ਮੈਦ ਹੰਕਾਰੀ। ਪਰ ਜਿਹੜਾ ਉਹਨਾਂ ਦਾ ਛੋਟਾ ਭਰਾ ਆ ਨਾ ਜੀ, ਜਿਹਦਾ ਨਾਮ ਗੁਰੂ ਅਰਜਨ ਦੇਵ ਕਿਹਾ ਜਾਂਦਾ, ਉਹ ਤਾਂ ਬੜਾ ਹੰਕਾਰੀ ਹੈ। ਸਤਿਗੁਰੂ ਜੀ ਨੂੰ ਛੁਟਿਆ ਕੇ ਦੱਸਦਾ ਤੇ ਬਾਬੇ ਪ੍ਰਿਥੀ ਚੰਦ ਨੂੰ ਵਡਿਆ ਕੇ ਕਹਿੰਦਾ ਜੀ ਜਿਹੜਾ ਉਹਨਾਂ ਦਾ ਭਰਾ ਆ ਛੋਟਾ, ਇੱਕ ਸ਼ਬਦ ਇੱਕ ਵਚਨ ਸ਼ਬਦ ਵਰਤਦਾ, ਮਹਾਰਾਜ ਜੀ ਨੂੰ ਸਤਿਕਾਰ ਨਾਲ ਨਹੀਂ ਨਾਂ ਲੈਂਦਾ। ਕਹਿੰਦਾ ਉਹ ਛੋਟਾ ਭਰਾ ਆ ਉਹਨਾਂ ਦਾ, ਉਹ ਬੜਾ ਹੰਕਾਰਿਆ ਹੋਇਆ ਹੈ। ਆਂਖ ਤਰੇ ਆਨੇ ਨਹੀਂ ਗੁਣ ਏਕ ਨ ਤਾਰੀ। ਉਹ ਤਾਂ ਆਪਣੀ ਅੱਖ ਥੱਲੇ ਨਹੀਂ ਲਿਆਉਂਦਾ ਕਿਸੇ ਨੂੰ, ਤੇ ਇੱਕ ਵੀ ਗੁਣ ਨਹੀਂ ਹੈ ਉਹਨਾਂ 'ਚ। ਇੱਥੋਂ ਤੱਕ ਬੋਲਿਆ ਮਲੇਛ ਚੰਦੂ। ਮਹਾਰਾਜ ਪੰਜਵੇਂ ਪਾਤਸ਼ਾਹ ਜੋ ਬੇਅੰਤ ਗੁਣਾਂ ਦੇ ਮਾਲਕ ਨੇ, ਜਿਤਨੇ ਗੁਣ ਨੇ ਸਰਬ ਗੁਣਾਂ ਦੇ ਮਾਲਕ ਨੇ, ਕਹਿੰਦਾ ਕਿ ਉਹਨਾਂ ਵਿੱਚ ਤਾਂ ਇੱਕ ਵੀ ਗੁਣ ਨਹੀਂ ਹੈ। ਆਇਓ ਨਿਕਟ ਨ ਆਪ ਕੇ ਨਿਜ ਲਖੇ ਵਿਸਾਲਾ। ਦੇਖੋ ਆਪਣੇ ਆਪ ਨੂੰ ਕਿੰਨਾ ਵੱਡਾ ਸਮਝਦਾ ਹੈ ਕਿ ਤੁਹਾਨੂੰ ਮਿਲਣ ਨਹੀਂ ਆਇਆ, ਤੁਸੀਂ ਆ ਨੇੜੇ ਆਏ ਹੋ। ਕਿੰਨੀ ਕੁ ਦੂਰ ਹੈ ਅੰਮ੍ਰਿਤਸਰ ਸਾਹਿਬ, ਉਹ ਲਾਹੌਰ ਕਿੰਨਾ ਕੁ ਦੂਰ ਹੈ ਉੱਥੋਂ, ਉਹ ਤੁਹਾਡੇ ਸਨਮਾਨ ਵਜੋਂ ਤੁਹਾਨੂੰ ਮਿਲਣ ਤੱਕ ਨਹੀਂ ਪੁੱਜਾ। ਪ੍ਰਿਥਿਆ ਆਇਓ ਕਈ ਬੇਰ ਇਹ ਸ਼ੀਲ ਰਸਾਲਾ। ਪਰ ਬਾਬਾ ਪ੍ਰਿਥੀ ਚੰਦ ਜੀ ਵੇਖੋ ਤੁਹਾਨੂੰ ਕਿੰਨੀ ਵਾਰੀ ਮਿਲਣ ਆਏ, ਹੁਣ ਵੀ ਮਿਲਣ ਨਹੀਂ ਆਉਂਦਾ ਸੀ। ਇਹ ਤਾਂ ਰਸਤੇ ਵਿੱਚ ਉਹਦੀ ਮੌਤ ਹੋ ਗਈ। ਵੇਖੋ ਕਿੰਨਾ ਸ਼ੀਲ ਸੁਭਾਅ ਸੀ ਬਾਬੇ ਪ੍ਰਿਥੀ ਚੰਦ ਦਾ, ਉਹ ਤੁਹਾਨੂੰ ਹੁਣ ਵੀ ਮਿਲਣ ਲਈ ਆ ਰਿਹਾ ਸੀ। ਤਿਸ ਕੋ ਸੁਤ ਇੱਕ ਮੈਂ ਸੁਨਿਓ ਪਾਛੇ ਥਿਰ ਗਾਦੀ। ਬਾਦਸ਼ਾਹ ਸਲਾਮਤ ਬਾਬੇ ਪ੍ਰਿਥੀ ਚੰਦ ਦਾ ਇੱਕ ਪੁੱਤਰ ਸੁਣਿਆ ਮੈਂ ਵੀ ਹੈ, ਉਹ ਹੁਣ ਬਾਬੇ ਪ੍ਰਿਥੀ ਚੰਦ ਤੋਂ ਬਾਅਦ ਉਹਨਾਂ ਦੀ ਗੱਦੀ ਦੇ ਉੱਤੇ ਬੈਠਾ ਹੈ। ਕਰੇ ਪ੍ਰਤੀਕਨ ਆਪ ਤੇ ਬੈਠਨ ਇਤ ਸ਼ਾਦੀ। ਪਰ ਉਹ ਕਹਿੰਦਾ ਵੀ ਮੈਂ ਗੱਦੀ ਤੇ ਤਾਂ ਬਹਿਣਾ ਵੀ ਜੇ ਮੈਨੂੰ ਬਾਦਸ਼ਾਹ ਬਿਠਾਵੇ ਪੱਗ ਦੇ ਕੇ। ਹਾਲਾਂਕਿ ਗੱਲ ਬਾਬੇ ਮਿਹਰਬਾਨ ਨੂੰ ਤਾਂ ਪਤਾ ਵੀ ਨਹੀਂ, ਚੰਦੂ ਬਣਾ ਰਿਹਾ ਵਿਉਂਤਬੰਦੀ, ਵੀ ਉਹ ਚਾਹੁੰਦਾ ਵੀ ਤੁਹਾਡੇ ਵੱਲੋਂ ਉਹਨੂੰ ਸਨਮਾਨ। ਇਹ ਚਾਹੁੰਦਾ ਸੀ ਵੀ ਜਦੋਂ ਬਾਦਸ਼ਾਹ ਪੱਗ ਦੇ ਦੇਗਾ ਵੀ ਗੁਰੂ ਹੋਣ ਦੀ ਮਿਹਰਬਾਨ ਨੂੰ, ਤੇ ਸਾਰੇ ਲੋਕਾਂ ਦੇ ਵਿੱਚ ਇਹ ਸੁਣਿਆ ਜਾਏਗਾ, ਲੋਕਾਂ ਤਾਈਂ ਇਹ ਗੱਲ ਪਹੁੰਚੇਗੀ ਵੀ ਬਾਦਸ਼ਾਹ ਵੱਲੋਂ, ਸਰਕਾਰ ਵੱਲੋਂ ਜਿਹਨੂੰ ਮਾਨਤਾ ਦਿੱਤੀ ਗਈ ਆ ਉਹ ਬਾਬਾ ਪ੍ਰਿਥੀ ਚੰਦ ਦਾ ਪੁੱਤਰ ਮਿਹਰਬਾਨ ਹੈ। ਉਹਦੇ ਨਾਲ ਗੁਰੂ ਅਰਜਨ ਸਾਹਿਬ ਦਾ ਪ੍ਰਤਾਪ ਘਟੇਗਾ ਤੇ ਮੇਰੀ ਗੱਲ ਬਣੇਗੀ। ਇਦਾਂ ਦੀਆਂ ਸਕੀਮਾਂ ਦੀ ਇਹਨੇ ਹੁਣ ਰਚੀ ਆ, ਇਦਾਂ ਦੀ ਨੀਤੀ। ਕਹਿਣ ਲੱਗਾ ਜੀ ਉਹ ਹਾਲੇ ਤਾਈਂ ਗੱਦੀ ਤੇ ਨਹੀਂ ਬੈਠਾ, ਉਹ ਕਹਿੰਦਾ ਵੀ ਜੇ ਬਾਦਸ਼ਾਹ ਮੈਨੂੰ ਬੁਲਾ ਕੇ ਪੱਗ ਦੇਵੇ ਮੈਂ ਫਿਰ ਗੱਦੀ ਤੇ ਬੈਠਾਂਗਾ। ਸਿਰੇ ਪਾਓ ਹਜ਼ਰਤ ਕਰੇ ਸਿਰ ਪਾਗ ਬੰਧਾਵੇ। ਉਹ ਕਹਿੰਦਾ ਵੀ ਜੇ ਬਾਦਸ਼ਾਹ ਮੈਨੂੰ ਸਿਰੇ ਪਾਓ ਦੇਵੇ ਤੇ ਬਾਦਸ਼ਾਹ ਮੈਨੂੰ ਮੇਰੇ ਸਿਰ ਤੇ ਪੱਗ ਬੰਨੇ, ਫਿਰ ਮੈਂ ਗੁਰੂ ਬਣ ਕੇ ਬੈਠਾਂਗਾ। ਜਗਤ ਜਿਠਾਈ ਬਿਦਤ ਹੋਏ ਮਨਤਾ ਬੋ ਪਾਵੇ। ਉਹ ਕਹਿੰਦਾ ਜੇ ਬਾਦਸ਼ਾਹ ਨੇ ਮੈਨੂੰ ਸਿਰੇ ਪਾਓ ਦੇ ਦਿੱਤਾ ਗੁਰੂ ਹੋਣ ਦਾ, ਤੇ ਸਾਰੇ ਜਗਤ ਵਿੱਚ ਮੇਰੀ ਵਡਿਆਈ ਪ੍ਰਗਟ ਹੋਵੇਗੀ, ਮੇਰੀ ਮਾਨਤਾ ਹੋਵੇਗੀ, ਸਰਕਾਰ ਵੱਲੋਂ ਮੈਨੂੰ ਮਾਨਤਾ ਮਿਲ ਜਾਏਗੀ। ਸੁਨ ਦੀਵਾਨ ਤੇ ਸ਼ਾਹ ਤਬ ਕਰ ਹੁਕਮ ਦਿਵਾਇਓ। ਕਹਿੰਦੇ ਬਾਦਸ਼ਾਹ ਨੇ ਜਦੋਂ ਇਹ ਗੱਲ ਕਹੀ, ਸੁਣੀ ਚੰਦੂ ਨੇ, ਤੇ ਚੰਦੂ ਦੀ ਗੱਲ ਇਹ ਸੁਣੀ ਤੇ ਬਾਦਸ਼ਾਹ ਨੇ ਆਖਿਆ ਵੀ ਜਾਓ ਜੀ ਖਜ਼ਾਨੇ ਚੋਂ ਕੱਢੋ ਸਿਰੇ ਪਾਓ ਤੇ ਇੱਕ ਪੱਗ ਮੇਰੇ ਵੱਲੋਂ ਬਾਬੇ ਪ੍ਰਿਥੀ ਚੰਦ ਦੇ ਪੁੱਤਰ ਨੂੰ ਭੇਜ ਦਿਓ। ਤੁਮ ਲੈ ਆਪਣੋ ਪਾਸੇ ਅਬ ਤੈਂ ਦਿਓ ਪਹੁੰਚਾਇਓ। ਕਹਿਣ ਲੱਗਾ ਚੰਦੂ ਲੈ ਲੈ ਖਜ਼ਾਨੇ ਚੋਂ ਪੱਗ ਤੇ ਆਪਣੇ ਵੱਲੋਂ ਤੂੰ ਉੱਥੇ ਪਹੁੰਚਦੀ ਕਰ ਦੇ। ਲੈ ਕਰ ਨਿਜ ਜਨ ਕੋ ਦਿਓ ਕੈ ਬੌਰ ਪ੍ਰਸੰਗਾ। ਤੇ ਚੰਦੂ ਨੇ ਉਹ ਪੱਗ ਤੇ ਸਿਰੇ ਪਾਓ ਲੈ ਕੇ ਬਾਦਸ਼ਾਹ ਦੇ ਖਜ਼ਾਨੇ ਚੋਂ ਆਪਣੇ ਨੌਕਰ ਨੂੰ ਦਿੱਤੀ। ਫਿਰ ਗੱਲ ਚਲਾਈ। ਦਈ ਜੀਵ ਕਾ ਪ੍ਰਥਮ ਤੁਮ
ਆਪੋ ਆਦਰ ਸੰਗਾ। ਕਹਿਣ ਲੱਗਾ ਬਾਦਸ਼ਾਹ ਸਲਾਮਤ, ਤੁਸੀਂ ਬੜਾ ਆਦਰ ਕੀਤਾ ਸੀ ਬਾਬੇ ਪ੍ਰਿਥੀ ਚੰਦ ਦਾ, ਉਹਨਾਂ ਨੂੰ 2 ਪਿੰਡ ਦਿੱਤੇ ਸੀ ਜੰਗਲ ਦੇ ਇਲਾਕੇ 'ਚ ਜੀਵਕਾ ਲਈ, ਤੁਸੀਂ ਪਹਿਲਾਂ ਉਹਨਾਂ ਦਾ ਬਹੁਤ ਸਨਮਾਨ ਕੀਤਾ। ਕੋਟੇ ਗ੍ਰਾਮ ਸੁਤਾਮ ਕਰ ਬਸ ਬਾਸ ਸਦੀਵਾ। ਉਹਨਾਂ ਨੇ ਉੱਥੇ ਕੋਠਾ ਪਿੰਡ ਆਪਣਾ ਬਣਾਇਆ, ਉੱਥੇ ਉਹ ਘਰ ਬਣਾ ਕੇ ਆਪਣਾ ਵਾਸਾ ਰੱਖਦੇ ਹਨ। ਅਨੁਜ ਓਜ ਚਲ ਦਾਵ ਕਰ ਪੁਰ ਤੇ ਨਿਕਸੀਵਾ। ਉਹਨਾਂ ਦੇ ਛੋਟੇ ਭਰਾ ਗੁਰੂ ਅਰਜਨ ਦੇਵ ਸਾਹਿਬ ਨੇ ਛਲ ਬਲ ਕਰਕੇ ਬਾਬਾ ਪ੍ਰਿਥੀ ਚੰਦ ਨੂੰ ਆਪਣੇ ਜੱਦੀ ਪਿੰਡ ਅੰਮ੍ਰਿਤਸਰ ਸ਼ਹਿਰ ਚੋਂ ਕੱਢ ਦਿੱਤਾ ਸੀ। ਸ਼੍ਰੀ ਅਰਜਨ ਤਬ ਤੇ ਮਾਂ ਕਰ ਗਰਭ ਅਫਾਰਾ। ਉਦੋਂ ਦੇ ਗੁਰੂ ਅਰਜਨ ਦੇਵ ਸਾਹਿਬ ਬੜੇ ਹੰਕਾਰ ਦੇ ਵਿੱਚ ਨੇ ਤੇ ਹੰਕਾਰ ਵਿੱਚ ਉਹ ਆਫਰੇ ਹੋਏ ਨੇ, ਕਿਸੇ ਨੂੰ ਆਪਣੀ ਅੱਖ ਥੱਲੇ ਨਹੀਂ ਲਿਆਉਂਦੇ। ਨਹੀਂ ਸ਼ਾ ਪੀ ਕੁਛ ਕਹਿਓ ਉਰ ਤੇ ਡਰ ਡਾਰਾ। ਉਹਨਾਂ ਨੇ ਡਰ ਹੀ ਛੱਡ ਦਿੱਤਾ। ਉਹ ਕਹਿੰਦੇ ਬਾਦਸ਼ਾਹ ਨੇ ਵੀ ਨਹੀਂ ਮੈਨੂੰ ਕੁਝ ਆਖਿਆ। ਬਾਦਸ਼ਾਹ ਜੀ ਤੁਹਾਡਾ ਵੀ ਉਹ ਕੋਈ ਭੈ ਨਹੀਂ ਆਪਣੇ ਮਨ 'ਚ ਮੰਨਦੇ, ਉਹਨਾਂ ਨੇ ਡਰ ਹੀ ਲਾ ਦਿੱਤਾ ਦਿਲੋਂ। ਪੁਨ ਤਸਕਰ ਟਿਗ ਰਾਖ ਕਰ ਤਨ ਦੂਰ ਕੇ ਨੇਰੇ। ਫਿਰ ਉਹਨਾਂ ਨੇ ਆਪਣੇ ਕੋਲ ਚੋਰ ਪਾਲੇ ਹੋਏ ਨੇ ਤੇ ਚੋਰ ਰੱਖ ਕੇ ਦੂਰ ਨੇੜੇ ਜਿੱਥੇ ਕਿਤੇ ਧਨ ਹੁੰਦਾ ਉਹ ਧਨ ਚੋਰੀ ਕਰਾ ਕੇ ਮੰਗਾ ਲੈਂਦੇ ਨੇ। ਨਿਕਸਾਵੇਂ ਮੰਗਵਾਵਈ ਪਾਤਨੀ ਵਡੇਰੇ। ਜਿੱਥੇ ਧਨ ਮਿਲਦਾ, ਜਿੱਥੇ ਕੋਈ ਵਧੀਆ ਵਸਤ ਮਿਲਦੀ ਉੱਥੋਂ ਕਢਾ ਕੇ ਮੰਗਾ ਲੈਂਦੇ ਨੇ ਤੇ ਬੜੇ ਧਨਵਾਨ ਹੋ ਗਏ ਨੇ। ਉਹ ਤਾਂ ਬੜਾ ਧਨ ਉਹਨਾਂ ਨੇ ਆਪਣੇ ਕੋਲ ਜੋੜ ਲਿਆ। ਤਾਲ ਰਚਿਓ ਮੰਦਿਰ ਕਰਿਓ ਬਹੁ ਦਰਬ ਲਗਾਇਓ। ਲੱਖਾਂ ਰੁਪਈਆ ਖਰਚ ਕੇ ਉਹਨਾਂ ਨੇ ਸਰੋਵਰ ਬਣਾ ਲਿਆ, ਮੰਦਿਰ ਰਚ ਲਿਆ। ਖਬਰੇ ਕਿੰਨਾ ਕੁ ਪੈਸਾ ਉਹਨਾਂ ਦੇ ਕੋਲ ਹੈ। ਲੋਕਨ ਕੇ ਬਿਰਮਾਵਨੇ ਇੱਕ ਬਿਉਂਤ ਬਣਾਇਓ। ਇਹ ਜਿਹੜਾ ਮੰਦਿਰ ਬਣਾਇਆ ਉਹਨਾਂ ਨੇ ਜਾਂ ਤਾਲ ਬਣਾਇਆ, ਇਹ ਵੀ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ, ਲੋਕਾਂ ਨੂੰ ਭਰਮਾਉਣ ਵਾਸਤੇ ਉਹਨਾਂ ਨੇ ਵਿਖਾਵੇ ਲਈ ਸਾਰੀ ਬਿਉਂਤ ਬਣਾਈ ਹੈ। ਤੁਮ ਪਾਖਿਓ ਨਾ ਬੁਲਾਵਤੇ ਆਪੇ ਚੱਲ ਆਵੇਂ। ਬਾਦਸ਼ਾਹ ਤੂੰ ਇਹ ਗੱਲ ਕਹੀ ਸੀ ਵੀ ਉਹਨਾਂ ਨੂੰ ਬੁਲਾਉਣਾ ਨਹੀਂ ਹੈ, ਉਹ ਆਪ ਹੀ ਚੱਲ ਕੇ ਆਉਣਗੇ। ਜੇ ਆਪਣੀ ਮਰਜ਼ੀ ਨਾਲ ਆਉਣਾ ਹੋਇਆ ਵੀ ਮੈਂ ਨਹੀਂ ਬੁਲਾਵਾ ਭੇਜਣਾ। ਅਬ ਲੋ ਮਿਲਿਓ ਨਾ ਆਪ ਕੋ ਕੁਛ ਮਨ ਨੇ ਲਿਆਵੇਂ। ਤੇ ਵੇਖੋ ਬਾਦਸ਼ਾਹ ਸਲਾਮਤ ਹਾਲੇ ਤਾਈ ਨਹੀਂ ਉਹ ਆ ਕੇ ਤੁਹਾਨੂੰ ਮਿਲੇ, ਉਹ ਤਾਂ ਆਪਣੇ ਮਨ 'ਚ ਨਹੀਂ ਲਿਆਉਂਦੇ ਤੁਹਾਨੂੰ, ਤੁਹਾਡਾ ਖਿਆਲ ਵੀ ਆਪਣੇ ਦਿਲੋਂ ਭੁਲਾਇਆ ਹੋਇਆ। ਹਜ਼ਰਤ ਜੀ ਚਾਹੋ ਕਰੋ ਤਸਕਰ ਕੇ ਹੇਤਾ। ਬਾਦਸ਼ਾਹ ਹੈ ਤੇ ਬਾਦਸ਼ਾਹ ਦਾ ਧਰਮ ਹੁੰਦਾ ਆਪਣੀ ਪ੍ਰਜਾ ਨੂੰ ਸੁਖੀ ਵਸਾਣਾ, ਤੇ ਪ੍ਰਜਾ ਉਦੋਂ ਸੁਖੀ ਵਸਦੀ ਜਦੋਂ ਚੋਰ ਨਾ ਹੋਣ ਪ੍ਰਜਾ 'ਚ, ਰਾਹ ਮਾਰ ਨਾ ਹੋਣ, ਠੱਗ ਨਾ ਹੋਣ। ਤੇ ਬਾਦਸ਼ਾਹ ਤੇਰਾ ਧਰਮ ਬਣਦਾ ਕਿ ਤੂੰ ਉਹਨਾਂ ਨੂੰ ਆਪਣੇ ਕੋਲ ਸੱਦ ਕੇ ਜਿਹੜੇ ਚੋਰ ਵਗੈਰਾ ਤੇਰੀ ਪ੍ਰਜਾ ਨੂੰ ਤੰਗ ਕਰਦੇ ਆ ਉਹਨਾਂ ਨੂੰ ਰੋਕੇ, ਉਹਨਾਂ ਨੂੰ ਵਰਜੇ। ਚਾਹੀਏ ਕੈਨ ਬੁਲਾਏ ਟਿਗ ਆਵਸ਼ਕ ਏਤਾ। ਇੰਨਾ ਕੁ ਤਾਂ ਜ਼ਰੂਰ ਕਰਨਾ ਚਾਹੀਦਾ ਬਾਦਸ਼ਾਹ ਵੀ ਉਹਨਾਂ ਨੂੰ ਆਪਣੇ ਕੋਲ ਸੱਦ ਕੇ ਤੂੰ ਕਹਿਣਾ ਹੀ ਆ ਨਾ ਵੀ ਇਹ ਚੋਰ ਰੱਖਣੇ ਬੰਦ ਕਰ ਦੇਣ ਆਪਣੇ ਕੋਲ, ਹੋਰ ਭਾਵੇਂ ਤੂੰ ਕੁਝ ਨਾ ਕਰੀ, ਬਸ ਇੱਥੇ ਸੱਦ ਕੇ ਕਹਿਣਾ ਹੀ ਹੈ ਵੀ ਤੁਸੀਂ ਆਪਣੇ ਕੋਲ ਚੋਰਾਂ ਨੂੰ ਰੱਖਣਾ ਬੰਦ ਕਰ ਦਿਓ। ਸ਼ਾਹ ਕਿਉ ਨੇ ਆਏ ਜੇ ਪੁਨ ਲੈ ਬੁਲਾਈ। ਬਾਦਸ਼ਾਹ ਨੇ ਫਿਰ ਗੱਲ ਟਾਲੇ 'ਚ ਪਾ ਦਿੱਤੀ, ਕਹਿੰਦਾ ਦੀਵਾਨ ਜੀ ਹਾਲੇ ਨਹੀਂ ਆਪਾਂ ਬੁਲਾਉਣਾ, ਆਪਾਂ ਉਡੀਕਦੇ ਆ, ਆਪਾਂ ਹਾਲੇ ਲਾਹੌਰ ਵਿੱਚ ਹੀ ਆ, ਵੇਖਦੇ ਆ ਵੀ ਜੇ ਆਪਣੇ ਆਪ ਆ ਜਾਣਗੇ ਤਾਂ ਠੀਕ ਹੈ, ਨਹੀਂ ਆਏ ਤੇ ਫਿਰ ਬੁਲਾ ਲਵਾਂਗੇ, ਪਰ ਹਾਲੇ ਨਹੀਂ ਮੈਂ ਉਹਨਾਂ ਨੂੰ ਬੁਲਾਵਾ ਭੇਜਣਾ। ਨਿਸ਼ਚੈ ਕੀਜੀਏ ਸਾਚ ਏ ਕਹਿ ਮਿਥਿਆ ਗਾਈ। ਪਰ ਪਹਿਲਾਂ ਤੁਸੀਂ ਇਸ ਗੱਲ ਦਾ ਨਿਰਣਾ ਕਰ ਲਓ ਵੀ ਇਹ ਜਿਹੜੀਆਂ ਗੱਲਾਂ ਤੂੰ ਚੋਰਾਂ ਵਾਲੀਆਂ ਕਰਦਾ ਵੀ ਇਹ ਸੱਚੀ ਹੈ ਕਿ ਝੂਠੀ ਹੈ। ਪਹਿਲਾਂ ਇਹਦਾ ਨਿਰਣਾ ਤਾਂ ਹੋਵੇ, ਏਦਾਂ ਹੀ ਨਾ ਹਵਾ ਦੇ ਵਿੱਚ ਤੈਨੂੰ ਕਿਸੇ ਨੇ ਕਹਿ ਦਿੱਤੀ ਹੋਵੇ ਤੇ ਉਦਾਂ ਤੂੰ ਮੈਨੂੰ ਕਹੀ ਜਾਣਾ। ਮੈਂ ਤਾਂ ਨਿਰਣਾ ਕਰਾਂਗਾ ਪਹਿਲਾਂ ਚੰਗੀ ਤਰ੍ਹਾਂ। ਜਿਉਂ ਕਿਉਂ ਕਰ ਨਿਜ ਦੇਸ਼ ਤੇ ਚੋਰੀ ਹਟਵਾਵੋ। ਮੈਂ ਜਿਵੇਂ ਕਿਵੇਂ ਕਰਕੇ ਆਪਣੇ ਦੇਸ਼ ਵਿੱਚੋਂ ਇਹ ਹੁੰਦੀਆਂ ਚੋਰੀਆਂ ਰੋਕਾਂਗਾ, ਚੋਰਾਂ ਨੂੰ ਦੰਡ ਦੇਵਾਂਗਾ। ਸਾਬਤ ਕਰ ਗੈ ਲੀਜੀਏ ਨੈ ਝੂਠ ਲਗਾਵੋ। ਪਹਿਲਾਂ ਸਾਬਤ ਕਰੋ ਇਸ ਗੱਲ ਨੂੰ ਵੀ ਉਹਨਾਂ ਨੇ ਚੋਰ ਰੱਖੇ ਨੇ ਆਪਣੇ ਕੋਲ। ਜਦੋਂ ਗੱਲ ਸਾਬਤ ਹੋਵੇਗੀ ਫਿਰ ਫੜ ਲਿਓ, ਫਿਰ ਪਕੜ ਕੇ ਲੈ ਆਇਓ। ਪਰ ਏਦਾਂ ਝੂਠਾ ਦੋਸ਼ ਲਾਉਣਾ ਤੇ ਝੂਠੀ ਹਵਾ ਦੇ ਵਿੱਚ ਗੱਲ ਸੁਣਾਵੇਂ ਤੇ ਮੈਂ ਮੰਨ ਲਵਾਂ ਤੇ ਉਹਨਾਂ ਨੂੰ ਇੱਥੇ ਸੱਦ ਲਵਾਂ ਤੇ ਗੱਲ ਮੁੜ ਕੇ ਸਾਬਤ ਨਾ ਹੋਵੇ ਤੇ ਫਿਰ ਤੁਹੀਨ ਮੇਰੀ ਵੀ ਹੈ ਨਾ,
ਵੀ ਏਡੇ ਵੱਡੇ ਪ੍ਰਤਿਸ਼ਠਿਤ ਮਹਾਂਪੁਰਖ ਨੇ, ਉਹ ਵਿਅਕਤੀ ਨੇ, ਤੇ ਜੇ ਦੋਸ਼ ਸਾਬਤ ਨਾ ਹੋਵੇ ਇਦਾਂ ਹੀ ਬੁਲਾ ਲਵਾ ਉਹਨਾਂ ਨੂੰ, ਤੇ ਤਾਂ ਵੀ ਇਹ ਗੱਲ ਯੋਗ ਨਹੀਂ ਹੈ। ਦੋਹਰਾ ਚੰਦੂ ਆਨੰਦ ਬਿਲੰਦ ਰਿਦ ਲਖ ਨਿਜ ਰੁਖ ਕੀ ਬਾਤ। ਇਹ ਗੱਲ ਸੁਣ ਕੇ ਚੰਦੂ ਦਾ ਮਨ ਆਨੰਦ ਨਾਲ ਭਰ ਗਿਆ ਵੀ ਚਲੋ ਬਾਦਸ਼ਾਹ ਨੇ ਇੰਨੀ ਤਾਂ ਗੱਲ ਕਹਿ ਦਿੱਤੀ ਹੈ ਨਾ ਵੀ ਆਪਣੇ ਆਪ ਨਾ ਆਏ ਤੇ ਬੁਲਾ ਲਵਾਂਗੇ ਫਿਰ। ਬਸ ਇਹੀ ਕਹਾਉਣਾ ਚਾਹੁੰਦਾ ਸੀ। ਸੁਣ ਕੇ ਬੜਾ ਖੁਸ਼ ਹੋਇਆ ਵੀ ਇਹ ਤਾਂ ਮੇਰੇ ਭਲੇ ਦੀ ਗੱਲ ਹੋ ਗਈ, ਜੋ ਮੈਂ ਸੋਚਦਾ ਸੀ ਉਹੀ ਹੋ ਗਿਆ। ਬ੍ਰਿਛ ਕੋ ਹਤੇ ਜਿਮ ਘਾਤ ਦੇਖ ਕਰ ਘਾਤ। ਕਹਿੰਦੇ ਜਿਵੇਂ ਹਵਾ ਚੱਲਦੀ ਆ ਨਾ, ਤੇ ਹਵਾ ਇੱਕਦਮ ਫਿਰ ਦਰਖਤ ਤੇ ਚੱਲ ਕੇ ਉਹਨੂੰ ਹੱਲਾ ਜਾ ਦਿੰਦੀ ਆ, ਹਲੂਣਾ ਦੇ ਦਿੰਦੀ ਹੈ। ਹਾਲੇ ਉਹ ਪਹਿਲਾਂ ਹਿੱਲਿਆ ਹੁੰਦਾ, ਟਿਕਿਆ ਨਹੀਂ ਹੁੰਦਾ, ਇਹਨਾਂ ਨੂੰ ਫਿਰ ਬੁੱਲਾ ਆ ਜਾਂਦਾ, ਫਿਰ ਬੁੱਲਾ ਆ ਜਾਂਦਾ। ਕਹਿੰਦੇ ਇਦਾਂ ਹੀ ਚੰਦੂ ਦਾਵ ਤੇ ਦਾ ਖੇਡੀ ਜਾਂਦਾ। ਪਹਿਲਾ ਦਾ ਫੇਲ ਜਾਂਦਾ ਤੇ ਦੂਜਾ ਫੇਰ, ਦੂਜਾ ਫੇਲ ਜਾਂਦਾ ਤੇ ਤੀਜਾ ਫੇਰ। ਇਦਾਂ ਦਾ ਤੇ ਦਾ ਰਚੀ ਜਾਂਦਾ, ਦਾ ਤੇ ਦਾ ਲਾਈ ਜਾਂਦਾ, ਅੱਗੇ ਤੋਂ ਅੱਗੇ ਵੱਧਦਾ ਜਾ ਰਿਹਾ। ਪਹਿਲੇ ਕਈ ਦਾ ਫੇਲ ਹੋ ਗਏ, ਕਹਿੰਦਾ ਹੁਣ ਕੋਈ ਸਫਲ ਜਿਹਾ ਜਾਪਦਾ ਹੈ, ਕਿਉਂਕਿ ਬਾਦਸ਼ਾਹ ਨੇ ਹਾਮੀ ਭਰ ਦਿੱਤੀ ਹੈ ਕਿ ਜੇ ਗੁਰੂ ਜੀ ਆਪਣੇ ਆਪ ਨਾ ਆਏ ਤੇ ਫਿਰ ਮੈਂ ਬੁਲਾ ਲਵਾਂਗਾ। ਇਸ ਗੱਲ ਦੀ ਇਹਨੂੰ ਸੰਤੁਸ਼ਟੀ ਹੋ ਗਈ ਹੈ ਵੀ ਜੇ ਬਾਦਸ਼ਾਹ ਨੇ ਹਾਮੀ ਭਰ ਦਿੱਤੀ ਹੈ ਤਾਂ ਇਹ ਗੱਲ ਹੋ ਜਾਵੇਗੀ। ਇਧਰ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ, ਉਹਨਾਂ ਦਾ ਪ੍ਰਸੰਗ ਇੱਕ ਵਿੱਚ ਆ ਰਿਹਾ ਹੈ, ਉਹ ਅਗਲਿਆਂ ਪ੍ਰਸੰਗਾਂ 'ਚ ਆਪ ਜੀ ਸਰਵਣ ਕਰੋਗੇ। ਗੁਰੂ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਹੈ ਅਚੁੱਤ ਹੈ ਪਾਰ ਬ੍ਰਹਮ ਅਗਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਪੰਜਨ ਗੁਣ ਤਾਸ ਹੈ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਧਾਨ ਜਾਂ ਕੇ ਸਦਾ ਬਬੇਕ ਹੈ ਅਪਰੰਪਰ ਹਰ ਹਰੇ ਹੈ ਪੀਓ ਅਣਹਾਰੇ हे संतह कै सदा संग निधारा आधार हे ठाकुर हो दासरो मैं निर्गुण गुण नहीं कोई नानक दीजै नाम दान करा कोई है परो आए प्रभ शरणागति कृपा निध दयाल एक अखर हर मन बस्त नानक होते निहाल वाहिगुरु
ਗੁਰੂ ਨਾਮ ਜਹਾਜ ਹੈ। ਚੜੇ ਸੋ ਤੇਰੇ ਪਾਰ, ਜੋ ਸ਼ਰਦਾ ਕਰ ਸੇਵੰਦੇ, ਗੁਰ ਪਾਰ ਉਤਾਰਨਾਰ। ਵਾਹਿਗੁਰੂ ਨਾਮ ਜਹਾਜ ਹੈ। ਚੜੇ ਸੋ ਤੇਰੇ ਪਾਰ, ਜੋ ਸ਼ਰਦਾ ਕਰ ਸੇਵੰਦੇ, ਗੁਰ ਪਾਰ ਉਤਾਰਨਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।